ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਜੀ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਨਾਮ ਰਹਿਓ ਸਾਧੂ ਰਹਿਓ। ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ। ਕਿਨ ਜਪਿਓ ਗੁਰਮੰਤ, ਨਾਮ ਰਹਿਓ ਸਾਧੂ ਰਹਿਓ। ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ। ਕਿਨ ਜਪਿਓ ਗੁਰਮੰਤ, ਸੁਖਾਓ ਟਲ ਗੁਰ ਸੇਵੀਐ। ਐਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੇ। ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਕਸਮ ਦੀ। ਨੂਰ ਅਰਸੋਂ ਕੁਰਸੋਂ ਛਟੀਐ, ਡਿਠੇ ਸੱਚੇ ਪਾਤਸ਼ਾਹ। ਮਾਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਰਜ ਰਹਿਓ ਵਿਖਿਆ ਕੈ ਸੰਗਾ, ਮਨ ਹੈ ਵਿਆਪਤ ਅਨੇਕ ਤਰੰਗਾ। ਮੇਰੇ ਮਨ ਅਗਮ ਅਗੋਚਰ, ਕਤ ਪਾਈਐ ਪੂਰਨ ਪਰਮੇਸ਼ਰ। ਉਰਜ ਰਹਿਓ ਵਿਖਿਆ ਕੇ ਸੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ
ਮਹਾਨ ਕਿਰਪਾ ਕੀਤੀ ਹੈ ਜੋ ਅੰਮ੍ਰਿਤ ਵੇਲੇ ਦਾ ਇਹ ਇਸ ਭਾਗਾ ਸਮਾਂ ਸਾਨੂੰ ਬਖਸ਼ਿਆ ਹੈ। ਅੰਮ੍ਰਿਤ ਵੇਲੇ ਤੋਂ ਇਹਨਾਂ ਕੰਨਾਂ ਦੇ ਵਿੱਚ ਸਤਿਗੁਰਾਂ ਦੀ ਬਾਣੀ ਜਿਹੜੀ ਹੈ ਉਹ ਆਪਾਂ ਸਰਵਣ ਕਰ ਰਹੇ ਹਾਂ। ਸਾਡੇ ਇਹਨਾਂ ਕੰਨਾਂ ਦੇ ਵਿੱਚ ਨਾਮ ਦੀ ਦਾਤ, ਬਾਣੀ ਦੀ ਦਾਤ ਪ੍ਰਾਪਤ ਹੋ ਰਹੀ ਹੈ। ਇਸ ਵੇਲੇ ਸਤਿਗੁਰੂ ਕਿਰਪਾ ਕਰਦਿਆਂ ਹੋਇਆ ਗੁਰਬਾਣੀ ਦੀ ਜੋ ਕਥਾ ਆਪਾਂ ਲੜੀਵਾਰ ਸਰਵਣ ਕਰ ਰਹੇ ਹਾਂ ਉਸ ਦਾ ਸਮਾਂ ਹੋਇਆ ਹੈ। ਆਓ ਕੁਝ ਸਮੇਂ ਲਈ ਮਨ ਦਾ ਧਿਆਨ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ। ਸੂਹੀ ਰਾਗ ਦਾ ਇਹ ਸ਼ਬਦ ਹੈ। ਅਸ਼ਟਪਦੀਆਂ ਇਸ ਦਾ ਸਰਲੇਖ ਹੈ ਕਿ 8 ਪੌੜੀਆਂ ਦਾ ਇਹ ਸ਼ਬਦ ਹੋਵੇਗਾ। ਅਸ਼ਟ ਪਦੀਆਂ 8 ਪੌੜੀਆਂ ਅਤੇ ਇੱਥੋਂ 5ਵੇਂ ਪਾਤਸ਼ਾਹ ਦੀ ਬਾਣੀ ਹੁਣ ਸ਼ੁਰੂ ਹੋਣ ਲੱਗੀ ਹੈ। ਅਸ਼ਟਪਦੀਆਂ ਦੇ ਅੰਦਰ ਆਪਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਸਰਵਣ ਕੀਤੀ ਹੈ। ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਸਰਵਣ ਕਰ ਲਈ ਹੈ। ਗੁਰੂ ਰਾਮਦਾਸ ਮਹਾਰਾਜ ਦੇ ਵੀ ਸ਼ਬਦ ਆਪਾਂ ਸਰਵਣ ਕੀਤੇ ਨੇ। ਇੱਥੋਂ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਅਸ਼ਟਪਦੀਆਂ ਦੀ ਬਾਣੀ ਦੇ ਵਿੱਚ ਆਪਣਾ ਪਹਿਲਾ ਸ਼ਬਦ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਔਰ ਪਹਿਲੇ ਘਰ ਦੇ ਅੰਦਰ ਗਾਉਣ ਦਾ ਹੁਕਮ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਨਿਰੰਕਾਰ ਪਰਮੇਸ਼ਰ ਇੱਕ ਹੈ। ਉਹਦੇ ਨਾਮ ਜ਼ਰੂਰ ਵੱਖਰੋ ਵੱਖਰੇ ਨੇ ਪਰ ਹੈ ਉਹ ਪਰਮਾਤਮਾ ਇੱਕ ਹੀ, ਉਹਦੇ ਵਰਗਾ ਦੂਜਾ ਨਹੀਂ ਹੈ। ਇੱਕ ਓੰਕਾਰ, ਓੰਕਾਰ ਪਰਮਾਤਮਾ ਦਾ ਹੀ ਨਾਮ ਹੈ। ਉਹ ਓੰਕਾਰ ਇੱਕ ਹੈ, ਉਹਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਹੁੰਦੀ ਹੈ। ਉਰਜ ਰਹਿਓ ਵਿਖਿਆ ਕੈ ਸੰਗਾ। ਸਤਿਗੁਰੂ ਜੀ ਇਸ ਸ਼ਬਦ ਦੇ ਦੁਆਰਾ ਇਸ ਜੀਵ ਦੀ ਦਸ਼ਾ ਬਿਆਨ ਕਰਦੇ, ਇਸ ਜੀਵ ਦੀ ਹਾਲਤ ਬਿਆਨ ਕਰਦੇ ਵੀ ਇਹ ਜੀਵ ਕਿਸ ਤਰ੍ਹਾਂ ਦਾ ਹੈ, ਇਹਦਾ ਹਾਲ ਕੀ ਹੋ ਰਿਹਾ ਹੈ। ਉਹ ਮਹਾਰਾਜ ਇੱਥੇ ਬਖਸ਼ਿਸ਼ ਕਰਦੇ, ਕਹਿਣ ਲੱਗੇ ਉਰਜ ਰਹਿਓ ਵਿਖਿਆ ਕੈ ਸੰਗਾ। ਇਹ ਜਿਹੜਾ ਜੀਵ ਹੈ ਨਾ ਵਿਕਾਰਾਂ ਦੇ ਨਾਲ ਫਸ ਰਿਹਾ ਹੈ। ਜਿਹੜੇ ਵਿਕਾਰ ਨੇ ਉਹਨਾਂ ਵਿਕਾਰਾਂ ਦੇ ਨਾਲ, ਵਿਸ਼ਿਆਂ ਵਿਕਾਰਾਂ ਦੇ ਨਾਲ ਇਸ ਜੀਵ ਦਾ ਮਨ ਫਸਿਆ ਹੋਇਆ ਹੈ। ਇੱਕ ਵਿਕਾਰ ਵਿੱਚੋਂ ਨਿਕਲਦਾ ਦੂਜਾ ਵਿਕਾਰ ਪੈ ਜਾਂਦਾ ਹੈ। ਇੱਕ ਵਿਸ਼ੇ ਵਿੱਚੋਂ ਨਿਕਲਦਾ ਦੂਜਾ ਵਿਸ਼ਾ ਇਸ ਨੂੰ ਆ ਕੇ ਘੇਰ ਲੈਂਦਾ ਹੈ। ਕਦੇ ਅੱਖਾਂ ਨੂੰ ਵੇਖਣ ਦਾ ਵਿਸ਼ਾ ਹੈ, ਅੱਖਾਂ ਨੂੰ ਬੰਦ ਕਰਦਾ ਹੈ, ਮੈਂ ਨਹੀਂ ਵੇਖਣਾ ਕਿਸੇ ਦੇ ਵੱਲ, ਅੱਖਾਂ ਦੇ ਵਿਸ਼ੇ ਨੂੰ ਰੋਕਦਾ ਹੈ। ਕੰਨਾਂ ਦਾ ਵਿਸ਼ਾ ਪੈਦਾ ਹੋ ਜਾਂਦਾ, ਕੰਨ ਸੁਣਨਾ ਚਾਹੁੰਦੇ ਨੇ, ਕੰਨਾਂ ਦੇ ਨਾਲ ਸੁਣਦਾ ਪਿਆ, ਕੰਨਾਂ ਦੇ ਵਿਸ਼ੇ ਨੂੰ ਰੋਕਦਾ ਹੈ। ਮੈਂ ਕਿਸੇ ਦੀ ਗੱਲ ਕੰਨਾਂ ਵਿੱਚ ਮਾੜੀ ਸੁਣਨੀ ਨਹੀਂ ਹੈ। ਇੰਨੇ ਚਿਰ ਨੂੰ ਜ਼ੁਬਾਨ ਬੋਲਣ ਲੱਗ ਪੈਂਦੀ ਹੈ। ਜ਼ੁਬਾਨ ਦਾ ਇੱਕ ਆਪਣਾ ਵਿਸ਼ਾ ਹੈ, ਜ਼ੁਬਾਨ ਨੂੰ ਰੋਕਦਾ ਹੈ ਤੇ ਹੱਸ ਕਿਸੇ ਪਾਸੇ ਚੱਲਣ ਲੱਗ ਪੈਂਦੇ। ਭਾਵ ਇਹ ਹੈ ਵੀ ਇਹ ਸਰੀਰ ਦੇ ਜਿਹੜੇ ਇੰਦਰੇ ਨੇ ਨਾ ਇਹ ਵੱਖ-ਵੱਖ ਵਿਸ਼ਿਆਂ ਵਿੱਚ ਗਲਤਾਨ ਨੇ। ਕੋਈ ਅੱਖਾਂ ਤੋਂ ਮਾਰ ਖਾ ਰਿਹਾ, ਕੋਈ ਕੰਨਾਂ ਤੋਂ ਖਾ ਰਿਹਾ, ਕੋਈ ਜ਼ੁਬਾਨ ਤੋਂ ਖਾ ਰਿਹਾ, ਕੋਈ ਹੱਥਾਂ ਤੋਂ ਖਾਈ ਜਾ ਰਿਹਾ ਹੈ। ਮਹਾਰਾਜ ਕਹਿਣ ਲੱਗੇ ਜੀਵ ਕੀ ਕਰੇ, ਇਹਨੂੰ ਤੇ ਵਿਸ਼ਿਆਂ ਨੇ ਘੇਰਿਆ ਹੋਇਆ ਹੈ। ਤੇ ਦੂਜਾ ਬਚਨ ਹੈ ਵਿਕਾਰ, ਇਹਨੂੰ ਵਿਕਾਰਾਂ ਨੇ ਘੇਰਿਆ ਹੋਇਆ। ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ, ਇਹ 5 ਵਿਕਾਰ ਨੇ। ਜੇ ਕਾਮ ਦੇ ਵੱਲੋਂ ਛੁੱਟਦਾ ਤੇ ਕ੍ਰੋਧ ਆ ਜਾਂਦਾ, ਕ੍ਰੋਧ ਵੱਲੋਂ ਵੱਜਦਾ ਤੇ ਲੋਭ ਆ ਜਾਂਦਾ, ਲੋਭ ਵੱਲੋਂ ਨਿਕਲਦਾ ਤੇ ਮੋਹ ਆ ਜਾਂਦਾ ਹੈ, ਮੋਹ ਤੋਂ ਹੱਥ ਝਾੜਦਾ ਤੇ ਫਿਰ ਅਹੰਕਾਰ ਆ ਜਾਂਦਾ। ਇਹ 5 ਵਿਕਾਰ ਵੀ ਚਿੰਬੜੇ ਹੋਏ। ਜੀਵ ਕਰੇ ਤੇ ਕੀ ਕਰੇ, ਕਦੇ ਵਿਸ਼ੇ ਆ ਜਾਂਦੇ, ਕਦੇ ਵਿਕਾਰ ਆ ਜਾਂਦੇ। ਉਰਜ ਰਹਿਓ ਵਿਖਿਆ ਕੈ ਸੰਗਾ। ਇਹ ਜੀਵ ਵਿਚਾਰਾ ਹੈ ਪਰਮਾਤਮਾ ਵਿਕਾਰਾਂ ਦੇ ਵਿੱਚ ਫਸ ਰਿਹਾ ਹੈ, ਫਸ ਗਿਆ ਹੈ।
ਵਿਕਾਰਾਂ ਦੀ ਦਲਦਲ ਦੇ ਵਿੱਚ ਫਸ ਗਿਆ ਹੈ, ਨਿਕਲਣਾ ਨਾਮੁਮਕਿਨ ਹੈ, ਨਿਕਲਿਆ ਨਹੀਂ ਜਾ ਸਕਦਾ। ਇੱਕ ਪਾਸਿਓਂ ਰੋਕਦਾ, ਦੂਜੇ ਪਾਸਿਓਂ ਚੋਰੀ ਹੋ ਜਾਂਦੀ ਹੈ, ਦੂਜੇ ਪਾਸਿਓਂ ਰੋਕਦਾ, ਤੀਜੇ ਪਾਸਿਓਂ ਚੋਰੀ ਹੋ ਜਾਂਦੀ ਹੈ। ਕਦੇ ਅੱਖਾਂ ਇਹਦਾ ਸਭ ਕੁਝ ਖੋਹ ਕੇ ਲੈ ਜਾਂਦੀਆਂ, ਕਦੇ ਕੰਨ ਸਭ ਕੁਝ ਬਰਬਾਦ ਕਰ ਦਿੰਦੇ, ਕਦੇ ਜ਼ੁਬਾਨ ਬਰਬਾਦ ਕਰ ਦਿੰਦੀ ਹੈ, ਕਦੇ ਹੱਥਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਕਰਮ ਕਰਦਾ ਉਹ ਇਹਦੇ ਜਪ ਤਪ ਨੂੰ ਨਾਸ ਕਰ ਦਿੰਦੇ। ਕਦੇ ਕਾਮ ਦੀ ਕਹਾਣੀ, ਕਦੇ ਕ੍ਰੋਧ ਦੀ ਕਹਾਣੀ ਹੈ। ਸਤਿਗੁਰੂ ਪਾਤਸ਼ਾਹ ਇਹ ਜੀਵ ਕੀ ਕਰੇ? ਇਹ ਵਿਚਾਰਾ ਜੀਵ ਵਿਸ਼ਿਆਂ ਵਿਕਾਰਾਂ ਵਿੱਚ ਫਸਿਆ ਹੋਇਆ ਹੈ। ਮਨ ਹੈ ਵਿਆਪਤ ਅਨੇਕ ਤਰੰਗਾ। ਇਸ ਮਨ ਨੂੰ ਅਨੇਕ ਤਰ੍ਹਾਂ ਦੇ ਤਰੰਗਾ ਕਹੀਏ ਸੰਕਲਪ ਪੈਦਾ ਹੁੰਦਾ। ਅਸੀਂ ਭਾਵੇਂ ਕੁਝ ਵੀ ਨਾ ਕਰਦੇ ਹੋਈਏ, ਮੰਜੇ ਤੇ ਬੈਠੇ ਹੋਈਏ, ਜਾਂ ਕਹਿ ਲਈਏ ਕਿ ਮੰਜੇ ਤੇ ਲੰਮੇ ਪਏ ਹੋਈਏ, ਹੁਣ ਅਸੀਂ ਕੁਝ ਨਹੀਂ ਕਰਨਾ ਹੈ, ਆਰਾਮ ਕਰਨ ਵਾਸਤੇ ਲੰਮੇ ਪਏ ਆ, ਉੱਥੇ ਵੀ ਮਨ ਸੰਕਲਪ ਕਰਦਾ ਪਿਆ ਹੈ, ਮੈਨੂੰ ਆਹ ਕੰਮ ਅੱਜ ਕਰਨਾ ਚਾਹੀਦਾ ਸੀ, ਨਹੀਂ ਹੋਇਆ ਮੇਰੇ ਕੋਲੋਂ, ਹੁਣ ਕੱਲ੍ਹ ਨੂੰ ਉੱਠ ਕੇ ਮੈਂ ਇਹ ਕੰਮ ਕਰਾਂਗਾ, ਪਰਸੋਂ ਇਹ ਕੰਮ ਕਰਾਂਗਾ। ਇਹਦਾ ਮਨ ਹਰ ਵੇਲੇ ਸੰਕਲਪ ਉਠਾਉਂਦਾ ਹੈ। ਸੰਕਲਪ ਤੋਂ ਭਾਵ ਹੁੰਦਾ ਗੁਰਮੁਖੋ ਫੁਰਨੇ। ਮਨਹਿ ਵਿਆਪਤ ਅਨਕ ਤਰੰਗਾ। ਤਰੰਗਾ ਤੋਂ ਭਾਵ ਲਹਿਰਾਂ। ਲਹਿਰਾਂ ਕਹਿੰਦੇ ਸੰਕਲਪ। ਜਿਵੇਂ ਪਾਣੀ ਦੇ ਵਿੱਚ ਪਾਣੀ ਦੀਆਂ ਛੱਲਾਂ ਉੱਠਦੀਆਂ, ਕਦੇ ਵੱਡੀਆਂ ਹੋ ਜਾਂਦੀਆਂ, ਕਦੇ ਛੋਟੀਆਂ ਹੋ ਜਾਂਦੀਆਂ। ਇਸ ਮਨ ਦੇ ਵਿੱਚ ਵੀ ਸੰਕਲਪ ਕਦੇ ਵੱਡੇ ਲੈ ਆਉਂਦਾ, ਵੱਡੀਆਂ ਵੱਡੀਆਂ ਇੱਛਾ ਰੱਖ ਲੈਂਦਾ, ਮੈਨੂੰ ਇਹ ਮਿਲ ਜਾਵੇ, ਮੈਨੂੰ ਇਹ ਮਿਲ ਜਾਵੇ। ਤੇ ਕਦੇ ਇਹ ਜੀਵ ਜਿਹੜਾ ਹੈ ਛੋਟੇ ਸੰਕਲਪ ਲੈ ਆਉਂਦਾ। 7 ਨੰਬਰ ਸਤਿਗੁਰੂ ਕਹਿਣ ਲੱਗੇ ਮਨਹਿ ਵਿਆਪਤ ਅਨੰਤ ਤਰੰਗਾ। ਇਸ ਜੀਵ ਨੂੰ ਅਨੇਕ ਤਰ੍ਹਾਂ ਦੇ ਸੰਕਲਪ ਜਿਹੜੇ ਨੇ ਉਹ ਘੇਰੀ ਬੈਠੇ ਨੇ। ਅਨੇਕ ਤਰ੍ਹਾਂ ਦੇ ਸੰਕਲਪਾਂ ਨੇ ਇਸ ਮਨ ਨੂੰ ਫੜਿਆ ਹੋਇਆ ਹੈ। ਮੇਰੇ ਮਨ ਅਗਮ ਅਗੋਚਰ। ਐ ਮੇਰੇ ਮਨ, ਉਹ ਜੋ ਪ੍ਰਮਾਤਮਾ ਹੈ ਉਹ ਮਨ ਦੀ ਗਮਤਾ ਤੋਂ ਪਰੇ ਹੈ। ਅਗੋਚਰ ਕਹੀਏ ਉਹ ਵਿਸ਼ੇ ਹੈ, ਨਾ ਉਹ ਅੱਖਾਂ ਦੇ ਨਾਲ ਦਿਸਦਾ, ਨਾ ਉਹ ਮਨ ਦੀ ਪਕੜ ਵਿੱਚ ਆਉਂਦਾ ਹੈ। ਕਤ ਪਾਈਐ ਪੂਰਨ ਪਰਮੇਸ਼ਰ। ਉਸ ਪੂਰਨ ਪਰਮਾਤਮਾ ਨੂੰ ਕਿਵੇਂ ਪਾਈਏ, ਉਹ ਕਿਵੇਂ ਪ੍ਰਾਪਤ ਹੋਵੇ? ਨਹੀਂ ਹੋਵੇਗਾ। ਮਹਾਰਾਜ ਇਹ ਜਿਹੜਾ ਜੀਵ ਹੈ ਇਹ ਮਨ ਕਰਕੇ ਔਰ ਸਰੀਰ ਦੇ ਇੰਦਰੀਆਂ ਕਰਕੇ ਤੇਰੇ ਕੋਲੋਂ ਦੂਰ ਹੈ। ਕਤ ਪਾਈਐ ਪੂਰਨ ਪਰਮੇਸ਼ਰ। ਐ ਪਰਮੇਸ਼ਰ ਆਪ ਜੀ ਸਾਰਿਆਂ ਥਾਵਾਂ ਤੋਂ ਪਰਿਪੂਰਨ ਹੋ, ਪਰ ਇਹ ਜੀਵ ਤੁਹਾਨੂੰ ਕਿਵੇਂ ਪਾਵੇ, ਕਿਵੇਂ ਪਾ ਸਕਦਾ ਹੈ? ਨਹੀਂ ਪਾਇਆ ਜਾਏਗਾ। ਪਰਮਾਤਮਾ ਨੂੰ ਪਾਉਣਾ ਇੱਕ ਤਰਫ ਹੈ, ਦੁਨੀਆ ਦੇ ਵਿਕਾਰਾਂ ਨਾਲ ਲੜਨਾ ਇੱਕ ਤਰਫ ਹੈ। ਇਹ ਵਿਚਾਰਾ ਜੀਵ ਤੁਹਾਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ? ਬਸੇ ਕ੍ਰੋਧ ਸਰੀਰ ਚੰਡਾਰਾ। ਸਤਿਗੁਰੂ ਬਖਸ਼ਿਸ਼ ਕਰਦੇ। ਰਹਾਉ ਦੀ ਪੰਕਤੀ ਹੈ, ਮੋਹ ਮਗਨ ਮੈਂ ਰਹਾ ਵਿਆਪੇ। ਇਹ ਜਿਹੜਾ ਜੀਵ ਹੈ ਨਾ, ਮੋਹ ਦੀ ਮਸਤੀ ਵਿੱਚ ਮਸਤ ਹੋਇਆ ਪਿਆ ਹੈ। ਮੋਹ ਦੀ ਇੱਕ ਆਪਣੀ ਮਸਤੀ। ਆਪਾਂ ਕਿੱਥੇ ਕਿੰਨੀ ਦੂਰ ਹੋਈਏ, ਭਾਵੇਂ ਮਹਿੰਗਾ ਕਮਰਾ ਹੋਟਲ ਵਿੱਚ ਅਸੀਂ ਲੈ ਲਿਆ ਹੋਵੇ ਰਾਤ ਨੂੰ ਸੌਣ ਵਾਸਤੇ, ਜਾਂ ਬੜੀ ਮਹਿੰਗੀ ਜਗ੍ਹਾ 'ਤੇ ਅਸੀਂ ਜਾ ਕੇ ਰਾਤ ਜਾਂ ਦਿਨੇ ਰੁਕੇ ਹੋਈਏ, ਪਰ ਸਾਡੇ ਮਨ ਵਿੱਚ ਇਹ ਗੱਲ ਹੁੰਦੀ ਹੈ, ਜਿੰਨਾ ਚਿਰ ਮੈਂ ਆਪਣੇ ਘਰ ਨਹੀਂ ਚਲਾ ਜਾਂਦਾ ਮੈਨੂੰ ਚੈਨ ਨਹੀਂ ਆਉਂਦਾ ਹੈ। ਮੈਂ ਘਰੇ ਜਾ ਕੇ ਸੌਵਾਂਗਾ ਫਿਰ ਮੈਨੂੰ ਚੰਗੀ ਨੀਂਦ ਆਵੇਗੀ। ਮੋਹ ਇੰਨਾ ਹੈ। ਭਾਵੇਂ ਘਰ ਦੇ ਵਿੱਚ ਉਹੋ ਜਿਹਾ ਮੰਜਾ ਨਹੀਂ ਹੈ, ਘਰ ਦੇ ਵਿੱਚ ਉਹੋ ਜਿਹਾ ਮਹਿੰਗੇ ਪਦਾਰਥ ਨਹੀਂ ਜਿਹੜੇ ਬਾਹਰ ਖਾਂਦਾ ਪਿਆ ਹੈ। ਮਹਿੰਗਾ ਕਮਰਾ ਹੈ, ਮਹਿੰਗਾ ਖਾਣਾ ਹੈ, ਮਹਿੰਗੀ ਥਾਂ 'ਤੇ ਬੈਠਾ ਹੈ, ਪਰ ਉੱਥੇ ਵੀ ਵਿਚਾਰ ਇਹ ਹੈ ਵੀ ਜੇ ਮੈਂ ਘਰੇ ਹੁੰਦਾ ਤਾਂ ਮੈਨੂੰ ਜ਼ਿਆਦਾ ਆਰਾਮ ਮਿਲਣਾ ਸੀ, ਜ਼ਿਆਦਾ ਸੁੱਖ ਮਿਲਣਾ ਸੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੋਹ ਦੇ ਵਿੱਚ ਇੰਨਾ ਮਸਤ ਹੈ ਕਿ ਮੋਹ ਨੂੰ ਛੱਡ ਨਹੀਂ ਪਾਉਂਦਾ। ਘਰ ਦਾ ਮੋਹ ਲੱਗਾ ਹੋਇਆ ਮਨ ਦੇ ਵਿੱਚ, ਦੂਜਾ ਪਰਿਵਾਰ ਦਾ ਮੋਹ ਲੱਗਾ ਹੋਇਆ ਹੈ, ਤੀਜਾ ਪਦਾਰਥਾਂ ਦਾ ਮੋਹ ਲੱਗਾ ਹੋਇਆ ਹੈ। ਮੋਹ ਮਗਨ ਮੈਂ ਰਹਾ ਵਿਆਪੇ। ਮੋਹ ਦੀ ਮਸਤੀ ਵਿੱਚ ਦਿਨੇ ਰਾਤ ਲੱਗ ਰਿਹਾ ਹੈ, ਮੋਹ ਨਹੀਂ ਛੱਡਿਆ ਜਾ ਰਿਹਾ।
ਮੋਹ ਦੇ ਵਿੱਚ ਫਸਿਆ ਹੋਇਆ ਹੈ। ਆ ਤ੍ਰਿਸ਼ਨਾ ਕਬੂ ਨਹੀਂ ਬਿਤਰਾਪੈ। ਇਸ ਮਨ ਨੂੰ ਪਦਾਰਥਾਂ ਦੀ ਬੜੀ ਤ੍ਰਿਸ਼ਨਾ ਲੱਗੀ ਹੈ। ਇਹ ਮਨ ਬੜੀ ਤ੍ਰਿਸ਼ਨਾ ਰੱਖਦਾ ਹੈ। ਇੱਕ ਪਦਾਰਥ ਮਿਲ ਗਿਆ ਹੈ, ਇੱਕ ਦੀ ਇੱਛਾ ਰੱਖ ਕੇ ਆਇਆ ਹੈ, ਇੱਕ ਮਿਲ ਗਿਆ ਹੈ ਤੇ ਫਿਰ ਦੂਜੇ ਦੀ ਇੱਛਾ ਰੱਖ ਲੈਂਦਾ ਹੈ। ਦੂਜਾ ਮਿਲ ਗਿਆ ਹੈ, ਫਿਰ ਤੀਜੇ ਦੀ ਇੱਛਾ ਰੱਖ ਲੈਂਦਾ ਹੈ। ਪਹਿਲਾਂ ਇੱਕ ਮੰਗ ਮੰਗੀ ਹੈ, ਮੰਗ ਇੱਕ ਤੋਂ ਵੀ ਕਿਤੇ ਅੱਗੇ ਜ਼ਿਆਦਾ ਪੂਰੀ ਹੋ ਗਈ ਹੈ, ਤ੍ਰਿਸ਼ਨਾ ਨਹੀਂ ਭਰੀ ਹੈ। ਆਪਾਂ ਸਾਖੀ ਸਰਵਣ ਕਰਦੇ ਨਾ, ਬੀਬੀ ਸੁਲੱਖਣੀ ਨੇ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਆਖਿਆ, ਸਤਿਗੁਰੂ ਇੱਕ ਪੁੱਤਰ ਦੀ ਦਾਤ ਦੇ ਦੇਵੋ। ਹੁਣ ਘਰੋਂ ਤੇ ਇੱਕ ਪੁੱਤਰ ਲੈ ਕੇ ਮਨਸ਼ਾ ਇਹ ਵੀ ਇੱਕ ਹੀ ਮਿਲ ਜਾਵੇ, ਮੇਰਾ ਘਰ-ਬਾਰ ਸਾਂਭੇ। ਤੇ ਸਤਿਗੁਰਾਂ ਨੇ ਖੁਸ਼ ਹੋ ਕੇ 7 ਪੁੱਤਰਾਂ ਦੀ ਦਾਤ ਦਿੱਤੀ। ਮਾਤਾ ਬੜੀ ਖੁਸ਼ ਹੋਈ 7 ਪੁੱਤਰਾਂ ਦਾ ਵਰ ਲੈ ਕੇ। ਤੇ ਸਤਿਗੁਰੂ ਕਹਿਣ ਲੱਗੇ, ਮਾਤਾ ਤੈਨੂੰ 7 ਪੁੱਤਰ ਦਿੱਤੇ, ਇੱਕ ਪੁੱਤਰ ਸਾਨੂੰ ਦੇ ਦੇ 7 ਵਿੱਚੋਂ। ਅਸੀਂ ਆਪਣੀ ਫੌਜ ਵਿੱਚ ਭਰਤੀ ਕਰਾਂਗੇ, ਉਹਨੂੰ ਸੂਰਮਾ ਬਣਾਵਾਂਗੇ। ਜਦੋਂ ਮਹਾਰਾਜ ਨੇ ਬਚਨ ਕੀਤਾ ਤੇ ਉਹ ਮਾਤਾ ਕੰਮ ਗਣਾਉਣ ਲੱਗ ਪਈ। ਮਹਾਰਾਜ ਇੱਕ ਤੇ ਖੇਤੀ ਸਾਂਭੇਗਾ, ਮਹਾਰਾਜ ਦੂਜਾ ਦੁਕਾਨ ਸਾਂਭੇਗਾ, ਮਹਾਰਾਜ ਤੀਜਾ ਇਹ ਕਰੇਗਾ, ਚੌਥਾ ਇਹ ਕਰੇਗਾ। ਉਹਨੇ 7 ਦੇ ਕੰਮ ਗਿਣਾ ਦਿੱਤੇ। ਮਹਾਰਾਜ ਇਹ ਤੇ ਪੂਰੇ ਹੀ ਹੋਏ, ਜੇ ਵਾਧੂ ਹੁੰਦਾ ਤੇ ਉਹਦੇ ਵਿੱਚੋਂ ਇੱਕ ਮੈਂ ਦੇ ਦਿੰਦੀ। ਲੈਣ ਇੱਕ ਹੀ ਆਈ ਹੈ, ਜੇ ਇੱਕ ਮਿਲਦਾ ਤਾਂ ਵੀ ਸਰ ਜਾਣਾ ਸੀ, ਪਰ ਮਿਲ ਗਏ 7। 7 ਵਿੱਚੋਂ ਮਹਾਰਾਜ ਨੇ ਇੱਕ ਮੰਗ ਲਿਆ ਵੀ 6 ਤੂੰ ਰੱਖ ਲੈ, ਇੱਕ ਸਾਨੂੰ ਫੌਜ ਵਿੱਚ ਭਰਤੀ ਕਰਵਾ ਦੇ। ਮਾਤਾ ਨੇ ਸਾਰਿਆਂ ਦੇ ਕੰਮ ਗਿਣਾਏ, ਆਖਣ ਲੱਗੀ ਵੀ 7 ਵਿੱਚੋਂ ਇੱਕ ਵੀ ਵਿਹਲਾ ਨਹੀਂ ਹੈ, ਮੈਂ ਤੁਹਾਨੂੰ ਕਿਹੜਾ ਦੇਵਾਂ। ਸਤਿਗੁਰੂ ਇਹ ਬਚਨ ਸੁਣ ਕੇ ਹੱਸ ਪਏ, ਕਹਿਣ ਲੱਗੇ ਚੱਲ ਕੋਈ ਗੱਲ ਨਹੀਂ, ਇਹਨਾਂ ਦਾ ਵੀ ਨਾਮ ਹੋਵੇਗਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਅਤ ਤ੍ਰਿਸ਼ਨਾ, ਬੰਦੇ ਦੀ ਤ੍ਰਿਸ਼ਨਾ ਰੱਜਦੀ ਨਹੀਂ ਹੈ। ਮਾਤਾ ਨੇ ਪੁੱਤ ਇੱਕ ਮੰਗਿਆ, ਮਿਲ ਗਏ 7, ਪਰ ਹੁਣ ਵੀ 7 ਵਿੱਚੋਂ 6 ਵੀ ਮਨਜ਼ੂਰ ਨਹੀਂ, 7 ਹੀ ਚਾਹੀਦੇ। ਸਾਨੂੰ ਰੱਬ ਨੇ ਬੜੇ ਪਦਾਰਥ ਦਿੱਤੇ ਹੋਏ, ਖਾਣ ਵਾਸਤੇ, ਪੀਣ ਵਾਸਤੇ, ਭੋਗਣ ਵਾਸਤੇ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਉਹਨਾਂ ਪਦਾਰਥਾਂ ਵਿੱਚ ਰੱਜ ਗਏ ਹਾਂ। ਜੇ ਕਿਤੇ ਇੰਨੇ ਹੋਰ ਮਿਲ ਜਾਣ, ਅਸੀਂ ਆਖਣਾ ਵੀ ਇਹ ਵੀ ਥੋੜ੍ਹੇ ਨੇ, ਇੰਨੇ ਹੋਰ ਚਾਹੀਦੇ ਨੇ। ਅਤ ਤ੍ਰਿਸ਼ਨਾ, ਤ੍ਰਿਸ਼ਨਾ ਬਹੁਤੀ ਹੈ ਪਦਾਰਥਾਂ ਦੀ, ਕਬਹੂ ਨਹੀਂ ਧਰਾਪੈ। ਮਨ ਤੇ ਕਦੇ ਰੱਜਦਾ ਹੀ ਨਹੀਂ ਹੈ, ਮਨ ਰੱਜਣ ਵਿੱਚ ਨਹੀਂ ਆਉਂਦਾ। ਕਿਸੇ ਦਾ ਮਨ ਰੱਜ ਜਾਵੇ, ਇਹ ਵਿਅਕਤੀ ਦੇ ਹੱਥ ਵਿੱਚ ਨਹੀਂ, ਤੇ ਗੁਰੂ ਕਿਰਪਾ ਕਰੇ ਤੇ ਤਾਂ ਮਨ ਰੱਜਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਦਾਰਥਾਂ ਦੀ ਬਹੁਤੀ ਤ੍ਰਿਸ਼ਨਾ ਲੱਗੀ ਹੈ, ਉਹ ਪਦਾਰਥਾਂ ਕਰਕੇ ਮਨ ਰੱਜਦਾ ਨਹੀਂ। ਸਾਹ ਸਿਕੰਦਰ ਨੇ ਸਮੁੰਦਰ ਨੂੰ ਵੰਗਾਰਿਆ ਨਾ ਵੀ ਆ ਮੇਰੇ ਨਾਲ ਜੰਗ ਕਰ, ਤੇ ਸਮੁੰਦਰ ਨੇ ਪੁੱਛਿਆ ਵੀ ਜੰਗ ਕਿਉਂ ਕਰਨਾ ਚਾਹੁੰਦਾ। ਕਹਿਣ ਲੱਗਾ ਤੂੰ ਮੇਰੇ ਰਾਜ ਦੇ ਵਿੱਚ ਆਉਂਦਾ ਹੈ, ਮੇਰੇ ਅਧੀਨ ਹੈ, ਮੈਨੂੰ ਭੇਟਾ ਦੇ। ਉਹ ਕਹਿਣ ਲੱਗਾ ਜੰਗ ਨਾ ਕਰੀਏ, ਭੇਟਾ ਚੱਕ ਕਿੰਨੀ ਚਾਹੀਦੀ ਹੈ। ਪਾਣੀ ਦੀ ਇੱਕ ਛੱਲ ਮਾਰੀ ਤੇ ਢੇਰ ਲਾ ਦਿੱਤਾ ਹੀਰਿਆਂ ਮੋਤੀਆਂ ਦਾ। ਬਾਦਸ਼ਾਹ ਨੇ ਹੁਕਮ ਕੀਤਾ ਆਪਣੀ ਫੌਜ ਨੂੰ, ਸਾਰੇ ਹੀਰੇ ਮੋਤੀ ਇਕੱਠੇ ਕਰਕੇ ਖਜ਼ਾਨੇ ਵਿੱਚ ਰੱਖ ਦਿਓ। ਲੱਗ ਪਏ ਸਿਪਾਹੀ ਰੱਖਣ ਵਾਸਤੇ, ਖਜ਼ਾਨੇ ਭਰ ਗਏ, ਪਰ ਹੀਰੇ ਮੋਤੀ ਮੁੱਕਣ ਤੇ ਨਾ ਹੋਣ, ਇੰਨੇ ਜ਼ਿਆਦੇ ਹੋ ਗਏ। ਬਾਦਸ਼ਾਹ ਫਿਰ ਸਮੁੰਦਰ ਦੇ ਸਾਹਮਣੇ ਹੋਇਆ, ਕਮਾਨ ਵਿੱਚ ਤੀਰ ਪਾਇਆ ਤੇ ਸਮੁੰਦਰ ਫਿਰ ਸਾਹਮਣੇ ਆ ਗਿਆ ਵੀ ਹੁਣ ਕੀ ਹੋਇਆ, ਹੁਣ ਤੇ ਮੈਂ ਭੇਟਾ ਵੀ ਦੇ ਦਿੱਤੀ ਹੈ, ਹੁਣ ਕਿਉਂ ਲੜਨਾ ਚਾਹੁੰਦਾ। ਤੇ ਸਿਕੰਦਰ ਨੇ ਦੂਜਾ ਸਵਾਲ ਕੀਤਾ, ਭਾਂਡਾ ਵੀ ਦੇ, ਇੰਨੇ ਹੀਰੇ ਮੋਤੀ ਦਿੱਤੇ, ਪਾਵਾਂ ਕਾਹਦੇ ਵਿੱਚ, ਮੇਰੇ ਭਾਂਡੇ ਭਰ ਗਿਆ, ਮੈਨੂੰ ਭਾਂਡਾ ਵੀ ਚਾਹੀਦਾ। ਤੇ ਕਹਿਣ ਲੱਗੇ, ਸਮੁੰਦਰ ਨੇ ਇੱਕ ਟੋਕਰੀ ਦੇ ਦਿੱਤੀ, ਲੈ ਵੀ ਆ ਟੋਕਰੀ ਵਿੱਚ ਪਾ ਲਾ। ਟੋਕਰੀ ਵੇਖ ਕੇ ਬਾਦਸ਼ਾਹ ਨੂੰ ਗੁੱਸਾ ਚੜ੍ਹ ਗਿਆ ਵੀ ਇਹਨੇ ਮੇਰੇ ਨਾਲ ਮਖੌਲ ਕੀਤਾ ਹੈ। ਹੀਰੇ ਮੋਤੀਆਂ ਦੇ ਢੇਰ ਲੱਗੇ ਪਏ, ਨਿੱਕੀ ਜੀ ਟੋਕਰੀ ਵਿੱਚ ਕਿੱਥੋਂ ਪਾ ਲਵਾਂ, ਕਿਵੇਂ ਪੂਰੇ ਆ ਜਾਣਗੇ। ਨਾਰਾਜ਼ਗੀ ਦੇ ਨਾਲ ਫਿਰ ਪੁੱਛਿਆ ਵੀ ਤੂੰ ਮੈਨੂੰ ਮਖੌਲ ਕਰਦਾ ਪਿਆ। ਸਮੁੰਦਰ ਨੇ ਆਖਿਆ ਨਹੀਂ, ਇਹ ਟੋਕਰੀ ਭਰੇਗੀ ਨਹੀਂ, ਜਿੰਨਾ ਮਰਜ਼ੀ ਇਹਦੇ ਵਿੱਚ ਪਾਈ ਜਾ। ਸਾਰੇ ਢੇਰਾਂ ਦੇ ਢੇਰ ਉਸ ਟੋਕਰੀ ਵਿੱਚ ਪੈ ਗਏ, ਪਰ ਭਰਨ ਦਾ ਨਾਮ ਨਾ ਲਵੇ। ਹੈਰਾਨ ਹੋ ਕੇ ਪੁੱਛਿਆ ਕਾਰਨ ਕੀ ਹੈ। ਸਮੁੰਦਰ ਕਹਿਣ ਲੱਗਾ, ਬਾਦਸ਼ਾਹ ਇਹ ਟੋਕਰੀ ਤੇਰੇ ਮਨ ਵਰਗੀ ਹੈ, ਜਿਵੇਂ ਇਸ ਟੋਕਰੀ ਵਿੱਚ ਸਾਰੇ ਹੀਰੇ ਪੈ ਗਏ ਫਿਰ ਵੀ ਭਰੀ ਨਹੀਂ ਹੈ, ਰੱਜੀ ਨਹੀਂ ਹੈ।
ਤੇਰਾ ਮਨ ਵੀ ਇੰਨੇ ਪਦਾਰਥ ਲੈਣ ਤੋਂ ਮਗਰੋਂ ਵੀ ਰੱਜਿਆ ਨਹੀਂ। ਤੂੰ ਧਰਤੀ ਦਾ ਰਾਜ ਛੱਡ ਕੇ ਤੇ ਸਮੁੰਦਰ ਵੱਲ ਮੂੰਹ ਕਰ ਲਿਆ ਵੀ ਹੁਣ ਸਮੁੰਦਰ ਵੀ ਮੈਨੂੰ ਕੁਝ ਦੇਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਤ ਤ੍ਰਿਸ਼ਨਾ, ਬੰਦੇ ਦੀ ਤ੍ਰਿਸ਼ਨਾ ਕਦੇ ਨਹੀਂ ਬੁੱਝੀ ਹੈ। ਧਰਤੀ ਤੋਂ ਲੋੜਾਂ ਨਹੀਂ ਪੂਰੀਆਂ ਹੋਈਆਂ, ਸਮੁੰਦਰ ਨੂੰ ਵੰਗਾਰ ਲਿਆ ਹੈ। ਸਮੁੰਦਰ ਤੋਂ ਨਹੀਂ ਪੂਰੀਆਂ ਹੋਣਗੀਆਂ, ਆਕਾਸ਼ ਨੂੰ ਮੂੰਹ ਕਰੇਗਾ। ਪਦਾਰਥਾਂ ਦੀ ਤ੍ਰਿਸ਼ਨਾ ਦੇ ਨਾਲ ਇਹ ਮਨ ਕਦੇ ਰੱਜਦਾ ਨਹੀਂ, ਇੰਨੀ ਇਸ ਨੂੰ ਭੁੱਖ ਲੱਗੀ ਹੋਈ ਹੈ। ਬਸੇ ਕ੍ਰੋਧ ਸਰੀਰ ਚੰਡਾਰਾ। ਇਹ ਜਿਹੜਾ ਕਾਮ ਕ੍ਰੋਧ ਹੈ ਨਾ, ਇਹ ਚੰਡਾਲ ਸਰੀਰ ਦੇ ਵਿੱਚ ਹੀ ਵੱਸਦੇ ਪਏ, ਬਾਹਰੋਂ ਨਹੀਂ ਆਉਂਦੇ। ਕਦੇ ਆਪਾਂ ਵੇਖਿਆ ਵੀ ਕਾਮ ਸਾਹਮਣੇੋਂ ਤੁਰਿਆ ਆਵੇ, ਕ੍ਰੋਧ ਆਵੇ ਵੀ ਮੈਂ ਤੈਨੂੰ ਖਾਣ ਲੱਗਾ? ਨਹੀਂ, ਅੰਦਰ ਹੀ ਬੈਠਾ ਹੈ। ਇਹ ਪੰਜ ਵਿਕਾਰ ਜਿਹੜੇ ਬੜੇ ਚੰਡਾਲ ਨੇ ਅੰਦਰ ਬੈਠੇ ਹੋਏ ਹਨ। ਅਗਿਆਨ ਸੂਝੈ ਮਹਾ ਗੁਬਾਰਾ। ਮਹਾ ਹਨੇਰਾ ਹੋਣ ਕਰਕੇ, ਗੁਬਾਰ ਹੋਣ ਕਰਕੇ ਇਹ ਜਿਹੜਾ ਅਗਿਆਨੀ ਜੀਵ ਹੈ ਰੱਬ ਦੇ ਰਸਤੇ ਨੂੰ ਸਮਝ ਨਹੀਂ ਪਾ ਰਿਹਾ ਹੈ। ਜਿਵੇਂ ਆਪਾਂ ਕਾਲੀ ਬੋਲੀ ਰਾਤ ਨੂੰ ਘਰੋਂ ਨਿਕਲੀਏ ਤੇ ਸਾਡੇ ਕੋਲ ਚਾਨਣ ਕਰਨ ਵਾਸਤੇ ਕੋਈ ਸਾਧਨ ਨਾ ਹੋਵੇ ਤੇ ਸੜਕ ਦਾ ਰਾਹ ਦਾ ਪਤਾ ਨਹੀਂ ਲੱਗੇਗਾ। ਕਦੇ ਅਸੀਂ ਥੱਲੇ ਉਤਰਾਂਗੇ, ਕਦੇ ਠੇਡਾ ਖਾਵਾਂਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੀ ਜ਼ਿੰਦਗੀ ਵਿੱਚ ਅਗਿਆਨਤਾ ਦਾ ਹਨੇਰਾ ਹੈ, ਤੈਨੂੰ ਪਰਮਾਤਮਾ ਦਾ ਰਾਹ ਸੁਝਦਾ ਨਹੀਂ, ਲੱਭਦਾ ਨਹੀਂ ਹੈ। ਭਰਮਤ ਵਿਆਪਤ ਜਰੇ ਕਿਵਾਰਾ। ਗੁਰਮਖੋ, ਇਹ ਜਿਹੜਾ ਭਰਮ ਹੈ ਨਾ, ਭਰਮ ਬੜੀ ਵੱਡੀ ਇੱਕ ਵਸਤੂ ਹੈ। ਭਰਮ ਕਹਿ ਦੇਣਾ ਦੋ ਸ਼ਬਦਾਂ ਤਿੰਨਾਂ ਅੱਖਰਾਂ ਦੀ ਗੱਲ ਹੈ ਭਰਮ। ਪਰ ਮਹਾਰਾਜ ਕਹਿੰਦੇ ਭਰਮੇ ਸੁਰ ਨਰ ਦੇਵੀ ਦੇਵਾ। ਭਰਮ ਦੀ ਇੰਨੀ ਤਾਕਤ ਹੈ ਵੀ ਵੱਡੇ ਵੱਡੇ ਦੇਵਤੇ ਦੇ ਵਿੱਚ ਭਰਮ ਗਏ। ਦੁਨੀਆ ਦੇ ਲੋਕ ਜਾਂ ਕਹਿ ਲਈਏ ਮਨੁੱਖ ਦੇਵਤਿਆਂ ਦੀ ਅਰਾਧਨਾ ਕਰਦਾ ਕਿ ਮੈਨੂੰ ਦੇਵਤਾ ਇਹ ਪਦਾਰਥ ਦੇਵੇ। ਜਿਸ ਸ਼ਕਤੀ ਦੀ ਅਰਾਧਨਾ ਮਨੁੱਖ ਕਰਦਾ ਹੈ ਉਹ ਸ਼ਕਤੀਸ਼ਾਲੀ ਦੇਵਤੇ ਵੀ ਭਰਮ ਦੇ ਵਿੱਚ ਫਸੇ ਹੋਏ ਨੇ, ਉਹ ਵੀ ਭਰਮ ਤੋਂ ਬਾਹਰ ਨਹੀਂ ਨਿਕਲ ਸਕੇ। ਭਰਮ ਇੱਕ ਏਡੀ ਵੱਡੀ ਤਾਕਤ ਹੈ। ਮਹਾਰਾਜ ਕਹਿਣ ਲੱਗੇ ਭ੍ਰਮਤ ਵਿਆਪਤ ਜਰੇ ਕਿਵਾਰਾ। ਇਹ ਜੀਵ ਭਰਮ ਦੇ ਵਿੱਚ ਪਿਆ ਹੋਇਆ ਹੈ। ਆਸਾ ਅੰਦੇਸਾ ਦੇ ਕੁਵਾਰ ਜਿਹੜੇ ਨੇ, ਤਖਤੇ, ਦੋ ਤਖਤੇ ਬੰਦ ਕਰ ਦਈਏ ਦਰਵਾਜ਼ਾ ਬੰਦ ਹੋ ਜਾਂਦਾ ਹੈ। ਇਹ ਤੇਰੇ ਅੰਦਰ ਆਸਾ ਤੇ ਅੰਦੇਸਾ ਦੇ ਦੋ ਤਖਤੇ ਨੇ ਜਿਨ੍ਹਾਂ ਨੇ ਤੇਰੇ ਦਰਵਾਜ਼ੇ ਨੂੰ ਬੰਦ ਕੀਤਾ ਹੋਇਆ ਹੈ। ਜਾਣ ਨਾ ਪਾਈਐ ਪ੍ਰਭ ਦਰਬਾਰਾ। ਇਸ ਕਰਕੇ ਪਰਮਾਤਮਾ ਦੇ ਸਰੂਪ ਰੂਪੀ ਦਰਬਾਰ ਵਿੱਚ ਜਾਇਆ ਨਹੀਂ ਜਾਂਦਾ, ਪ੍ਰਾਪਤੀ ਨਹੀਂ ਹੈ। ਆਸਾ ਅੰਦੇਸਾ ਬੰਦ ਪ੍ਰਾਨਾ। ਇਹ ਜਿਹੜਾ ਪ੍ਰਾਨਾ ਪ੍ਰਾਣੀ ਹੈ ਨਾ, ਇਸ ਦੇ ਪ੍ਰਾਣ ਜਿਹੜੇ ਨੇ ਆਸਾ ਤੇ ਅੰਦੇਸਾ ਵਿੱਚ ਹੀ ਲੱਗੇ ਹੋਏ। ਆਸਾ ਇਹ ਹੈ ਮੈਨੂੰ ਕੱਲ ਨੂੰ ਇਹ ਮਿਲੇਗਾ, ਇਹ ਆਸਾ ਹੈ। ਕੱਲ ਨੂੰ ਮਿਲੇ ਭਾਵੇਂ ਨਾ ਮਿਲੇ, ਪਰ ਅੱਜ ਇਸ ਨੂੰ ਆਸਾ ਹੈ ਵੀ ਕੱਲ ਨੂੰ ਮਿਲੇਗਾ। ਇਹ ਤੇ ਹੁਣ ਕੱਲ ਨੂੰ ਹੀ ਪਤਾ ਲੱਗੇਗਾ ਨਾ ਵੀ ਮਿਲੇਗਾ ਕਿ ਨਹੀਂ। ਜਦੋਂ ਕੱਲ ਆਵੇਗਾ ਉਸ ਤੋਂ ਅੱਗੇ ਫਿਰ ਇੱਕ ਹੋਰ ਇੱਛਾ ਆਵੇਗੀ, ਹੁਣ ਮੈਨੂੰ ਪਰਸੋਂ ਇਹ ਮਿਲੇਗਾ। ਜਿਹੜਾ ਅੱਗੇ ਮਿਲੇਗਾ ਉਸ ਨੂੰ ਆਸਾ ਕਿਹਾ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਸਾ ਲੱਗੀ ਹੋਈ ਹੈ, ਇਹਦੀ ਆਸਾ ਮੁੱਕਦੀ ਨਹੀਂ ਹੈ। ਆਸਾ ਅੰਦੇਸਾ ਬੰਧ ਪੁਰਾਨਾ। ਇਹ ਜਿਹੜਾ ਪੁਰਾਨਾ ਪ੍ਰਾਣੀ ਹੈ ਇਹਦੇ ਪ੍ਰਾਣਾਂ ਨੂੰ ਆਸਾ ਤੇ ਅੰਦੇਸਾ ਦੇ ਰੋਗ ਲੱਗੇ ਹੋਏ ਹਨ। ਮਹਿਲ ਨਾ ਪਾਵੈ ਫਿਰਤ ਬੇਗਾਨਾ। ਬੇਗਾਨਾ ਮਹਿਲ ਸਰੂਪ ਦੀ ਪ੍ਰਾਪਤੀ ਨਹੀਂ ਕਰ ਪਾ ਰਿਹਾ ਹੈ। ਮਹਿਲ ਹੈ ਪਰਮਾਤਮਾ ਦਾ ਸਰੂਪ, ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੈ। ਫਿਰਤ ਬੇਗਾਨਾ। ਬੇਗਾਨਾ ਤੋਂ ਭਾਵ ਹੈ ਬੇ ਨਾਮ ਹੈ ਦਵੈਤ ਦਾ ਤੇ ਗਾਨਾ ਨਾਮ ਹੈ ਗਾਉਣ ਦਾ। ਇਹ ਦਵੈਤ ਨੂੰ ਗਾਉਣ ਦੇ ਵਿੱਚ ਲੱਗਾ ਹੋਇਆ। ਦਵੈਤ ਕਹੀਏ ਈਰਖਾ, ਈਰਖਾ ਦੇ ਗੀਤ ਗਾਉਣ ਵਿੱਚ ਲੱਗਾ ਹੋਇਆ ਹੈ। ਈਰਖਾ ਦੇ ਸੋਲੇ ਗਾਉਂਦਾ ਦਿਨੇ ਰਾਤ। ਜਿਹਦੇ ਨਾਲ ਇਹਦੀ ਲਾਗ ਡਾਟ ਹੋ ਜਾਵੇ ਉਹਦੇ ਨਾਲ ਫਿਰ ਈਰਖਾ ਕਰਦਾ, ਜਿਹਦੇ ਨਾਲ ਈਰਖਾ ਕਰਦਾ ਫਿਰ ਦਿਨੇ ਰਾਤ ਉਹਦੀਆਂ ਹੀ ਗੱਲਾਂ ਕਰਦਾ ਹੈ। ਇਹ ਬੰਦੇ ਨੇ ਇਸ ਤਰ੍ਹਾਂ ਕੀਤਾ ਹੈ, ਇਹ ਬੰਦੇ ਨੇ ਇਸ ਤਰ੍ਹਾਂ ਕੀਤਾ ਹੈ। ਮਹਾਰਾਜ ਕਹਿਣ ਲੱਗੇ ਮਹਿਲ ਨਾ ਪਾਵੈ ਫਿਰਤ ਬੇਗਾਨਾ। ਚਾਹੁੰਦਾ ਤੇ ਹੈ ਵੀ ਰੱਬ ਦਾ ਸਰੂਪ ਮਿਲੇ, ਮੈਨੂੰ ਪਰਮਾਤਮਾ ਮਿਲ ਜਾਵੇ, ਪਰ ਸਰੂਪ ਮਿਲਦਾ ਨਹੀਂ ਪਿਆ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਇਹ ਦਵੈਤ ਦੇ ਗੀਤ ਗਾਉਣ ਵਿੱਚ ਲੱਗਾ ਹੈ। ਈਰਖਾ ਦੇ ਗੀਤ ਗਾ ਕੇ, ਈਰਖਾ ਵਿੱਚ ਪੈ ਕੇ ਦੂਜਿਆਂ ਦੀ ਨਿੰਦਿਆ ਕਰਨ ਦੇ ਗੀਤ ਗਾਉਣ ਵਿੱਚ ਲੱਗਾ ਹੋਇਆ ਹੈ।
ਫਿਰ ਬਖਸ਼ਿਸ਼ ਕਰਦੇ ਹਨ। ਮਹਿਲ ਨਾ ਪਾਵੈ ਫਿਰਤ ਬੇਗਾਨਾ। ਇਸ ਸਰੂਪ ਨੂੰ ਪ੍ਰਾਪਤ ਨਹੀਂ ਕਰ ਰਿਹਾ ਹੈ ਤੇ ਬਗਾਨਿਆਂ ਦੇ ਵਾਂਗ ਤੁਰਿਆ ਫਿਰਦਾ ਹੈ। ਜਿਹੜਾ ਸਾਡਾ ਕੁਝ ਨਾ ਲੱਗੇ ਉਹਨੂੰ ਕਿਹਾ ਜਾਂਦਾ ਬਗਾਨਾ। ਉਹਦੇ ਕੋਲ ਕੋਈ ਹੱਕ ਨਹੀਂ ਹੁੰਦਾ ਹੈ, ਉਹ ਡਰਦਾ ਡਰਦਾ ਦੂਰ ਦੂਰ ਹੀ ਰਹਿੰਦਾ ਹੈ। ਮਹਾਰਾਜ ਕਹਿਣ ਲੱਗੇ ਪ੍ਰਮਾਤਮਾ ਦੇ ਨਾਲ ਇਹਨੇ ਰਿਸ਼ਤਾ ਬਣਾਇਆ ਨਹੀਂ, ਫਿਰਤ ਬੇਗਾਨਾ, ਬੇਗਾਨਿਆਂ ਦੇ ਵਾਂਗ ਫਿਰਿਆ। ਤੇ ਜਿਹੜੇ ਬੇਗਾਨੇ ਨੇ ਨਾ ਜਮਦੂਤ, ਫਿਰ ਉਹਨਾਂ ਦੇ ਵੱਸ ਪੈ ਗਿਆ। ਜਿਹੜੇ ਜਮਦੂਤ ਨੇ ਧਰਮਰਾਜ ਦੇ, ਫਿਰ ਉਹਨਾਂ ਦੇ ਵੱਸ ਵਿੱਚ ਪੈ ਜਾਂਦਾ ਹੈ। ਸਗਲ ਬਿਆਦ ਕੈ ਵਸ ਕਰ ਦੀਨਾ। ਤੇ ਇਸ ਜੀਵ ਨੂੰ ਬਿਆਦ ਕਹੀਏ ਰੋਗਾਂ ਦੇ ਪ੍ਰਮਾਤਮਾ ਨੇ ਵੱਸ ਕਰ ਦਿੱਤਾ ਹੈ। ਕਿਸੇ ਨੇ ਪੁੱਛਿਆ ਵੀ ਪ੍ਰਮਾਤਮਾ ਨੇ ਇਹਨੂੰ ਰੋਗਾਂ ਦੇ ਵੱਸ ਕਿਉਂ ਕੀਤਾ ਹੈ? ਤੇ ਸਤਿਗੁਰੂ ਕਹਿਣ ਲੱਗੇ ਉਹਦਾ ਕਾਰਨ ਇਹ ਹੈ ਵੀ ਇਹਦੇ ਕਰਮ ਹੀ ਇਸ ਤਰ੍ਹਾਂ ਦੇ ਸਨ। ਇਹਨੇ ਕਰਮਾਂ ਦੇ ਮੁਤਾਬਕ ਜਿਹੋ ਜਿਹੇ ਪਾਪ ਕੀਤੇ, ਪਰਮਾਤਮਾ ਨੇ ਉਹਨਾਂ ਕਰਮਾਂ ਦੇ ਮੁਤਾਬਕ ਇਸ ਜੀਵ ਨੂੰ ਰੋਗਾਂ ਦੇ ਵੱਸ ਕਰ ਦਿੱਤਾ ਹੈ। ਕਦੇ ਕਾਮ ਦਾ ਰੋਗ ਹੈ, ਕਦੇ ਕ੍ਰੋਧ ਦਾ ਰੋਗ ਹੈ। ਇਹ ਵੀ ਰੋਗ ਨੇ 5 ਵਿਕਾਰ। ਉਸ ਤੋਂ ਉਪਰੰਤ ਫਿਰ ਸਰੀਰ ਦੇ ਰੋਗ ਨੇ ਜਿਹੜੇ ਲੱਗੇ ਹੋਏ ਨੇ। ਸਰੀਰ ਦੇ ਰੋਗ ਵੀ ਇਹਨੂੰ ਬੰਦਗੀ ਨਹੀਂ ਕਰਨ ਦਿੰਦੇ। ਨਾ ਬੈਠ ਸਕਦਾ, ਨਾ ਲੰਮੇ ਪੈ ਸਕਦਾ, ਨਾ ਬੋਲ ਸਕਦਾ। ਸਰੀਰ ਦੇ ਰੋਗ ਵੀ ਇਸ ਨੂੰ ਨਾਮ ਤੋਂ ਦੂਰ ਕਰਦੇ ਹਨ। ਫਿਰਤ ਪਿਆਸ ਜਿਉ ਜਲ ਬਿਨ ਮੀਨਾ। ਗੁਰਮੁਖੋ ਪਦਾਰਥਾਂ ਦੀ ਇੰਨੀ ਪਿਆਸ ਹੈ, ਜਿੰਨੇ ਮਰਜੀ ਮਿਲੀ ਜਾਣ ਫਿਰ ਵੀ ਰੱਜਦਾ ਨਹੀਂ ਹੈ। ਪਦਾਰਥਾਂ ਦੀ ਪਿਆਸ ਵਿੱਚ ਲੱਗਾ ਹੋਇਆ ਕਦੇ ਰੱਜਦਾ ਨਹੀਂ। ਇਹਦੀ ਹਾਲਤ ਇਸ ਤਰ੍ਹਾਂ ਹੈ ਜਿਵੇਂ ਇੱਕ ਮੱਛ ਪਾਣੀ ਤੋਂ ਬਿਨਾਂ ਤੜਫਦਾ ਹੈ, ਇਹ ਜੀਵ ਪਦਾਰਥਾਂ ਤੋਂ ਬਿਨਾਂ ਤੜਫਦਾ ਹੈ। ਇੱਕ ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਈਏ, ਉਹ ਤੜਫਣ ਲੱਗ ਪੈਂਦੀ ਹੈ, ਯਤਨ ਕਰਦੀ ਹੈ ਮੈਂ ਭੱਜ ਕੇ ਪਾਣੀ ਵਿੱਚ ਹੀ ਜਾਵਾਂ। ਇਹ ਬੰਦਾ ਜਿਹੜਾ ਹੈ, ਇਹ ਜੀਵ ਪਦਾਰਥਾਂ ਦੀ ਭੁੱਖ ਦੇ ਵਿੱਚ ਤੜਫਦਾ ਹੈ। ਦਿਨੇ ਰਾਤ ਛਾਲਾਂ ਮਾਰਦਾ, ਲੱਤਾਂ ਬਾਹਾਂ ਮਾਰਦਾ, ਹੱਥ ਪੈਰ ਮਾਰਦਾ ਹੈ। ਇਹ ਪਦਾਰਥ ਮਿਲ ਜਾਣ, ਜੇ ਮਿਲਦਾ ਹੈ ਤੇ ਕੁਝ ਸਮਾਂ ਟਕਾ ਹੈ, ਜੇ ਨਹੀਂ ਮਿਲਦਾ ਹੈ ਤੇ ਇਹਦੀ ਤੜਫਣਾ ਬਣੀ ਰਹਿੰਦੀ ਹੈ। ਕਛੂ ਸਿਆਣਪ ਉਕਤ ਨਾ ਮੋਰੀ। ਬੇਨਤੀ ਕਰ ਸਤਿਗੁਰੂ, ਮੇਰੀ ਬੁੱਧੀ ਵਿੱਚ ਕੋਈ ਸਿਆਣਪ ਨਹੀਂ ਹੈ, ਮੇਰੇ ਵਿੱਚ ਕੋਈ ਅਕਲ ਨਹੀਂ ਹੈ, ਮੈਂ ਕੋਈ ਸਿਆਣਾ ਨਹੀਂ ਹਾਂ ਵੀ ਤੈਨੂੰ ਪਾ ਲਵਾਂ। ਕਛੂ ਸਿਆਣਪ, ਮੇਰੇ ਵਿੱਚ ਕੋਈ ਸਿਆਣਪ ਹੈ ਹੀ ਨਹੀਂ, ਇਹ ਬੇਨਤੀ ਕਰ। ਉਕਤ ਨਾ ਮੋਰੀ, ਅਤੇ ਮੇਰੇ ਕੋਲ ਕੋਈ ਜੁਗਤੀ ਵੀ ਨਹੀਂ ਹੈ। ਮੇਰੀ ਜਿਹੜੀ ਬੋਲਣ ਸ਼ਕਤੀ ਹੈ ਨਾ, ਉਹਦੇ ਕੋਲ ਨਾ ਕੋਈ ਮੇਰੇ ਕੋਲ ਬਚਨਾਂ ਦੇ ਬੋਲਣ ਦੀ ਜੁਗਤੀ ਹੈ ਕਿ ਮੈਂ ਕੋਈ ਇਹੋ ਜਿਹਾ ਸੋਹਣਾ ਬਚਨ ਬੋਲਾਂ ਜਿਹੜਾ ਤੈਨੂੰ ਚੰਗਾ ਲੱਗੇ, ਨਹੀਂ, ਉਹ ਵੀ ਮੇਰੇ ਕੋਲ ਨਹੀਂ ਹੈ। ਮੇਰੇ ਮਨ ਦੇ ਕੋਲ ਵੀ ਕੋਈ ਜੁਗਤੀ, ਕੋਈ ਤਰੀਕਾ ਨਹੀਂ ਹੈ ਜਿਹੜਾ ਤਰੀਕਾ ਅਪਣਾ ਕੇ ਮੈਂ ਤੈਨੂੰ ਪ੍ਰਾਪਤ ਕਰ ਲਵਾਂ। ਮਹਾਰਾਜ, ਮੈਂ ਸਾਰੇ ਪਾਸਿਓਂ ਜ਼ੀਰੋ ਹੀ ਹਾਂ, ਮੇਰੇ ਕੋਲ ਕਿਸੇ ਪਾਸਿਓਂ ਵੀ ਕੁਝ ਨਹੀਂ ਹੈ। ਏਕ ਆਸ ਠਾਕਰ ਪ੍ਰਭ ਤੋਰੀ। ਪਰ ਪਰਮਾਤਮਾ, ਮੈਨੂੰ ਇੱਕ ਤੇਰੀ ਆਸ ਹੈ, ਮੈਨੂੰ ਤੇਰਾ ਭਰੋਸਾ ਹੈ। ਨਾ ਮੇਰੇ ਵਿੱਚ ਬੁੱਧੀ ਦੀ ਸਿਆਣਪ ਹੈ, ਨਾ ਮੇਰੇ ਮਨ ਦੇ ਕੋਲ ਕੋਈ ਜੁਗਤੀ, ਕੋਈ ਤਰੀਕਾ ਹੈ ਤੈਨੂੰ ਪਾਉਣ ਦਾ, ਪਰ ਮੇਰੇ ਮਨ ਵਿੱਚ ਇੱਕ ਆਸਾ ਜ਼ਰੂਰ ਹੈ ਵੀ ਤੂੰ ਮੇਰੀ ਆਸਾ ਨੂੰ ਪੂਰਿਆ ਜ਼ਰੂਰ ਕਰੇਗਾ। ਕਰੋ ਬੇਨਤੀ ਸੰਤਨ ਪਾਸੇ। ਮੈਂ ਆਪ ਜੀ ਦੇ ਜਿਹੜੇ ਸੰਤ ਨੇ, ਨਾਮ ਜਪਣ ਵਾਲੇ ਗੁਰਮੁਖ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ। ਆਪ ਜੀ ਦੀ ਸਤ ਸੰਗਤ ਨੂੰ ਬੇਨਤੀ ਕਰਦਾ ਹਾਂ। ਮੇਲ ਲਿਹੋ ਨਾਨਕ ਅਰਦਾਸੇ। ਮੇਰੀ ਅਰਦਾਸ ਇਹ ਹੈ ਕਿ ਮੈਨੂੰ ਆਪਣੇ ਨਾਲ ਮੇਲ ਲੈਣਾ ਕਰੋ। ਮੇਲ ਲਿਹੋ ਦਇਆਲ, ਢਹਿ ਪੈ ਦੁਆਰਿਆ, ਰੱਖ ਲੇਵੋ ਦੀਨ ਦਿਆਲ। ਭ੍ਰਮਤ ਬਹੁ ਹਾਰਿਆ, ਮੈਂ ਬੜੀਆਂ ਥਾਵਾਂ ਤੇ ਭਰਮ ਕੇ ਚੱਕਰ ਲਾ ਕੇ ਹਾਰ ਗਿਆ, ਥੱਕ ਗਿਆ। ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮੇਲ ਲਓ, ਇਹ ਮੇਰੀ ਅਰਦਾਸ ਹੈ, ਇਹ ਮੇਰੀ ਬੇਨਤੀ ਹੈ। ਭਇਓ ਕਿਰਪਾਲ ਸਾਧ ਸੰਗ ਪਾਇਆ। ਜਿਸ ਵੇਲੇ ਫਿਰ ਪ੍ਰਮਾਤਮਾ ਕਿਰਪਾਲੂ ਹੋਏ, ਉਹਨਾਂ ਨੇ ਸਤ ਸੰਗਤ ਵਿੱਚ ਲਿਆ ਕੇ ਬਿਠਾ ਦਿੱਤਾ। ਗੁਰਮੁਖੋ, ਆਪਾਂ ਸੰਗਤ ਵਿੱਚ ਬੈਠੇ ਆ ਨਾ, ਆ ਕੇ ਇਹ ਬਚਨ ਜਾਣ ਲਈਏ ਵੀ ਪਰਮਾਤਮਾ ਸਾਡੇ ਤੇ ਕਿਰਪਾਲੂ ਹੋ ਗਿਆ ਹੈ ਜੋ ਸੰਗਤ ਵਿੱਚ ਆਏ ਆ। ਮੇਲ ਲਹੋ ਨਾਨਕ ਅਰਦਾਸੇ। ਸਿੱਖ ਨੇ ਅਰਦਾਸ ਕੀਤੀ, ਮੈਨੂੰ ਸਤਿਗੁਰੂ ਆਪਣੇ ਨਾਲ ਮੇਲ ਲਓ। ਤੇ ਸਤਿਗੁਰਾਂ ਨੇ ਜਦੋਂ ਅਰਦਾਸ ਸੁਣੀ, ਭਇਓ ਕਿਰਪਾਲ ਸਾਧ ਸੰਗ ਪਾਇਆ। ਸਤਿਗੁਰੂ ਕਿਰਪਾਲੂ ਹੋ ਗਿਆ, ਕਹਿਣ ਲੱਗੇ ਕੋਈ ਗੱਲ ਨਹੀਂ, ਤੈਨੂੰ ਅਸੀਂ ਆਪਣੀ ਸੰਗਤ ਬਖਸ਼ਿਸ਼ ਕਰਦੇ ਹਾਂ।
ਤੇ ਜਦੋਂ ਸੰਗਤ ਨੂੰ ਆ ਕੇ ਪ੍ਰਾਪਤ ਕੀਤਾ ਹੈ, ਨਾਨਕ ਤ੍ਰਿਪਤ ਪੂਰਾ ਪਾਇਆ। ਫਿਰ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਸੰਗਤ ਵਿੱਚ ਆ ਕੇ। ਤੇ ਜਦੋਂ ਸੰਗਤ ਵਿੱਚ ਆ ਕੇ ਪ੍ਰਾਪਤ ਕਰ ਲਿਆ, ਫਿਰ ਤ੍ਰਿਪਤੇ ਕਹੀਏ ਰੱਜ ਗਏ, ਫਿਰ ਭੁੱਖ ਰਹਿ ਹੀ ਕੋਈ ਨਹੀਂ ਗਈ। ਹੁਣ ਸਾਡੀ ਅਰਦਾਸ ਜਿਹੜੀ ਹੈ ਨਾ, ਉਹ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਈ ਹੈ। ਸਾਡੀ ਦਰਖਾਸਤ ਲੱਗ ਗਈ ਹੈ ਗੁਰੂ ਦੇ ਚਰਨਾਂ ਵਿੱਚ। ਜੋ ਅਸੀਂ ਸਤ ਸੰਗਤ ਵਿੱਚ ਆ ਕੇ ਬੈਠੇ ਹਾਂ, ਇਹ ਤਾਂ ਬੈਠੇ ਹਾਂ, ਸਾਡੀ ਅਰਦਾਸ ਮਨਜ਼ੂਰ ਹੋ ਗਈ ਹੈ। ਉਹਨੇ ਸਾਨੂੰ ਆਪਣੀ ਸੰਗਤ ਵਿੱਚ ਤਾਂ ਲੈ ਕੇ ਆਂਦਾ ਹੈ। ਇੱਥੇ ਬੈਠ ਕੇ ਅਸੀਂ ਹਰ ਦਾ ਸਰਵਨ ਕਰਾਂਗੇ। ਤੇ ਮਹਾਰਾਜ ਕਹਿਣ ਲੱਗੇ, ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਕਰ ਲੈਂਦਾ, ਫਿਰ ਸਦਾ ਵਾਸਤੇ ਤ੍ਰਿਪਤ ਹੋ ਜਾਂਦਾ, ਸਦਾ ਵਾਸਤੇ ਰੱਜ ਜਾਂਦਾ ਹੈ। ਰਹਾਉ ਦੂਜਾ ਰਹਾਉ ਮਹਾਰਾਜ ਬਖਸ਼ਿਸ਼ ਕਰਦੇ ਹਨ। ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ। ਏਕ ਓੰਕਾਰ ਸਤਿਗੁਰ ਪ੍ਰਸਾਦ। ਮਿਥਨ ਮੋਹ ਅਗਨ ਸੋਖ ਸਾਗਰ। ਸਤਿਗੁਰੂ ਬਖਸ਼ਿਸ਼ ਕਰਦੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਇਹ ਸ਼ਬਦ ਆਪਾਂ ਸਰਵਨ ਕਰ ਰਹੇ ਹਾਂ। ਮਿਥਨ ਮੋਹ, ਇਹ ਜਿਹੜੇ ਮਿਥਨ ਕਹੀਏ ਝੂਠੇ ਨਾਸਵੰਤ ਪਦਾਰਥ ਨੇ, ਇਹ ਜੀਵ ਉਹਨਾਂ ਦਾ ਮੋਹ ਕਰਦਾ ਹੈ। ਜਿਹੜੀ ਵਸਤੂ ਨੇ ਅੱਜ ਨਹੀਂ ਤੇ ਕੱਲ ਖਤਮ ਹੋ ਜਾਣਾ ਹੈ, ਮੋਹ ਉਹਦਾ ਹੈ। ਤੇ ਗੁਰਮੁਖੋ ਦੁਨੀਆ ਦੇ ਪਦਾਰਥ ਤੇ ਚਲੋ ਆਪਾਂ ਨੂੰ ਪਤਾ ਹੀ ਹੈ ਵੀ ਨਾਸਵੰਤ ਨੇ। ਅਸੀਂ ਤੇ ਆਪਣੇ ਸਰੀਰ ਦਾ ਵੀ ਮੋਹ ਕਰਦੇ ਹਾਂ, ਪਰ ਸਾਡਾ ਸਰੀਰ ਵੀ ਤੇ ਹੈ ਤੇ ਨਾਸਵੰਤ ਹੀ ਹੈ ਨਾ। ਸਾਡੀ ਇੱਕ ਉਮਰਾਂ ਦੀ ਸੀਮਾ ਹੈ। ਪਰਮਾਤਮਾ ਨੇ ਲਿਖੀ ਹੈ ਵੀ ਇੰਨੇ ਸਾਲ ਤੇਰੇ ਕੋਲ ਸਰੀਰ ਰਹਿਣਾ ਹੈ, ਤੇ ਇਹ ਸਰੀਰ ਉਨੇ ਸਾਲ ਹੀ ਰਹੇਗਾ। ਪਰ ਸਾਨੂੰ ਤੇ ਸਰੀਰ ਦਾ ਵੀ ਮੋਹ ਹੈ, ਤੇ ਸਰੀਰ ਦੇ ਮੋਹ ਦੇ ਨਾਲ ਫਿਰ ਪਦਾਰਥਾਂ ਦਾ ਮੋਹ ਵੀ ਹੈ ਵੀ ਆਹ ਵੀ ਮਿਲ ਜਾਵੇ। ਮਿਥਨ ਮੋਹ, ਮਹਾਰਾਜ ਕਹਿਣ ਲੱਗੇ ਜਿਹੜੇ ਮਿਥਨ ਕਹੀਏ ਝੂਠੇ ਨਾਸਵੰਤ ਪਦਾਰਥ ਨੇ, ਉਹਨਾਂ ਦੇ ਮੋਹ ਵਿੱਚ ਬੰਦਿਆ ਤੂੰ ਲੱਗਾ ਹੈ। ਦੂਜਾ ਬਚਨ ਹੈ ਅਗਨ, ਤ੍ਰਿਸ਼ਨਾ ਦੀ ਅੱਗ ਤੇਰੇ ਮਨ ਨੂੰ ਲੱਗੀ ਹੈ। ਤ੍ਰਿਸ਼ਨਾ ਦੀ ਅੱਗ, ਅੱਗ ਦੇ ਵਿੱਚ ਤੁਸੀਂ ਇੱਕ ਲੱਕੜ ਪਾ ਦਿਓ ਉਹ ਵੀ ਸੜ ਜਾਏਗੀ, ਅੱਗ ਦੇ ਵਿੱਚ 1000 ਲੱਕੜ ਪਾ ਦਿਓ ਉਹ ਵੀ ਸੜ ਜਾਣੀ ਹੈ। ਅੱਗ ਕਦੇ ਵੀ ਇਹ ਗੱਲ ਨਹੀਂ ਕਹਿੰਦੀ ਵੀ ਬਸ ਮੈਂ ਰੱਜ ਗਈ ਹਾਂ, ਲੱਕੜਾਂ ਹੋਰ ਨਾ ਪਾਓ। ਸਾਰੀ ਦੁਨੀਆ ਦੀ ਲੱਕੜ ਵੱਢ ਕੇ ਅੱਗ ਵਿੱਚ ਰੱਖ ਦਿਓ ਤਾਂ ਵੀ ਉਸਨੇ ਕਹਿਣਾ ਵੀ ਮੈਂ ਰੱਜ ਨਹੀਂ ਗਈ ਹਾਂ, ਇਹ ਕਵੇਗੀ ਨਹੀਂ ਕਦੇ ਅੱਗ। ਮਹਾਰਾਜ ਕਹਿਣ ਲੱਗੇ ਬੰਦੇ ਨੂੰ ਤ੍ਰਿਸ਼ਨਾ ਦੀ ਅੱਗ ਲੱਗੀ ਹੈ। ਇਹ ਤ੍ਰਿਸ਼ਨਾ ਇੰਨੀ ਹੈ, ਜਿਵੇਂ ਆਪਾਂ ਹੁਣੇ ਸਾਖੀ ਸਰਵਨ ਕੀਤੀ ਹੈ ਕਿ ਸਾਹ ਸਿਕੰਦਰ ਵਰਗੇ ਸਮੁੰਦਰ ਨੂੰ ਮੱਥਾ ਲਾਉਣ ਵਾਸਤੇ ਤੁਰੇ। ਪਾਤਸ਼ਾਹ ਕਹਿਣ ਲੱਗੇ ਤ੍ਰਿਸ਼ਨਾ ਦੀ ਅੱਗ ਬੁਝਦੀ ਨਹੀਂ ਹੈ। ਸ਼ੋਕ ਸਾਗਰ, ਤੇ ਸ਼ੋਕ ਨਾਮ ਹੈ ਚਿੰਤਾ ਦਾ। ਇਹ ਸੰਸਾਰ ਗੁਰਮੁਖੋ ਚਿੰਤਾ ਦਾ ਹੀ ਸਮੁੰਦਰ ਹੈ। ਜਿਹਨੂੰ ਮਰਜ਼ੀ ਟੋਹ ਕੇ ਵੇਖ ਲਓ, ਤੁਹਾਨੂੰ ਬਾਹਰੋਂ ਲੱਗੇਗਾ ਵੀ ਇਹ ਬੰਦਾ ਬੜਾ ਰੱਜਿਆ ਪੁੱਜਿਆ ਹੈ, ਬੜਾ ਤੰਦਰੁਸਤ ਹੈ, ਨਵਾਂ ਨਰੋਇਆ, ਬੜਾ ਖੁਸ਼ ਦਿਲ ਹੈ। ਕੋਈ ਇੱਕ ਦੁੱਖ ਉਹਦੇ ਕੋਲ ਵਰਣਨ ਕਰਕੇ ਵੇਖੋ। ਮਹਾਰਾਜ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ। ਤੂੰ ਤੇ ਇੱਕ ਦੁੱਖ ਉਹਦੇ ਸਾਹਮਣੇ ਰੱਖਿਆ, ਉਹਨੇ ਪੰਡ ਖੋਲ ਦਿੱਤੀ ਹੈ, ਮੈਨੂੰ ਤੇ ਆ ਵੀ ਦੁੱਖ ਹੈ। ਕਿਉਂਕਿ ਸੰਸਾਰ ਹੈ ਹੀ ਸ਼ੋਕ ਦੁੱਖ ਦਾ ਘਰ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਭਾਈ ਮਰਦਾਨਾ ਜੀ ਨੇ ਆਖਿਆ ਨਾ, ਸਤਿਗੁਰੂ ਉਹ ਸਾਹਮਣੇ ਸ਼ਾਹੂਕਾਰ ਬੈਠਾ ਹੈ, ਵੇਖੋ ਉਹਦੇ ਚਿੱਟੇ ਕੱਪੜੇ, ਵੇਖੋ ਉਹਦੀਆਂ ਚਿੱਟੀਆਂ ਚਾਦਰਾਂ ਵਿਛਾਈਆਂ ਹੋਈਆਂ, ਉਹਨਾਂ ਉੱਪਰ ਬੈਠਾ। ਬੜਾ ਸੋਹਣਾ ਮਖਮਲੀ ਗੱਦਾ ਉਹਦੇ ਥੱਲੇ ਹੈ, ਬੜਾ ਸੋਹਣਾ ਸਰਾਣਾ ਜਿਹਨੂੰ ਢੋਲ ਆ ਕੇ ਬੈਠਾ। ਵੇਖੋ ਦੋ ਨੌਕਰ ਹੱਥ ਵਿੱਚ ਪੱਖਾ ਲੈ ਕੇ ਉਹਨੂੰ ਹਵਾ ਕਰਦੇ ਪਏ, ਹਵਾ ਝੱਲਦੇ ਪਏ। ਦੋ ਨੌਕਰ ਕੋਈ ਪਾਣੀ ਲੈ ਕੇ ਆਉਂਦਾ ਪਿਆ, ਕੋਈ ਮੁੱਠੀਆਂ ਭਰਦਾ ਪਿਆ। ਵੇਖੋ ਕਿੰਨਾ ਖੁਸ਼ ਹੈ, ਕੰਮਕਾਰ ਦੀ ਕਮੀ ਕੋਈ ਨਹੀਂ ਹੈ, ਲੋਕ ਸਲਾਮਾਂ ਕਰਦੇ ਪਏ। ਬੈਠੇ ਦੇ ਕੋਲ ਹੀ ਮਾਇਆ ਡਿੱਗਦੀ ਪਈ ਆ, ਕਿੰਨਾ ਖੁਸ਼ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆ ਇਹ ਬਹੁਤ ਦੁਖੀ ਹੋ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਦੁੱਖ ਲੱਗਦਾ ਤੇ ਕੋਈ ਨਹੀਂ, ਜਿੰਨਾ ਉਹ ਖੁਸ਼ ਹੈ, ਜਿੰਨੀ ਸੇਵਾ ਹੋ ਰਹੀ ਹੈ, ਜਿੰਨੀ ਆਮਦਨ ਆ ਰਹੀ ਹੈ, ਲੱਗਦਾ ਨਹੀਂ ਵੀ ਦੁੱਖ ਹੋਵੇਗਾ। ਤੇ ਸਤਿਗੁਰੂ ਕਹਿੰਦੇ ਫਿਰ ਪੁੱਛ ਲਾ ਜਾ ਕੇ। ਜਦੋਂ ਪੁੱਛਿਆ ਨਾ ਸ਼ਾਹੂਕਾਰ ਨੂੰ ਵੀ ਤੂੰ ਤੇ ਬੜਾ ਸੁਖੀ ਹੈ, ਇੰਨੀ ਗੱਲ ਸੁਣਦਿਆਂ ਰੋਣ ਹੀ ਲੱਗ ਪਿਆ। ਪੁੱਛਿਆ ਰੋਂਦਾ ਕਿਉਂ ਹੈ? ਜਿਹੜਾ ਦੁੱਖ ਉਹਨੇ ਦੱਸਿਆ, ਵਾਕਿਆ ਹੀ ਐਸੇ ਦੁੱਖ ਦੇ ਨਾਲ ਕੋਈ ਵੀ ਦੁਖੀ ਨਹੀਂ ਹੈ।
ਮਹਾਰਾਜ ਕਹਿਣ ਲੱਗੇ ਬਾਲੀ ਰੋਵੈ ਨਾਹੇ ਪਧਾਰ ਨਾਨਕ ਦੁਖੀਆ। ਸਭ ਸੰਸਾਰ ਸਾਰੀ ਦੁਨੀਆ ਹੀ ਦੁੱਖ ਦੀ ਭਰੀ ਹੈ, ਮੈਂ ਇਕੱਲਾ ਨਹੀਂ ਆ। ਮਿਥਨ ਮੋਹ ਅਗਨ ਸੋਕ ਸਾਗਰ, ਪਦਾਰਥਾਂ ਦੇ ਝੂਠੇ ਪਦਾਰਥਾਂ ਦੇ ਮੋਹ ਦੇ ਵਿੱਚ, ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਸ਼ੋਕ ਕਹੀਏ ਚਿੰਤਾ ਦਾ ਇਹ ਸਮੁੰਦਰ ਹੈ ਸੰਸਾਰ। ਹਰੇਕ ਨੂੰ ਚਿੰਤਾ ਲੱਗੀ ਹੈ, ਕੋਈ ਵੀ ਬਚਿਆ ਨਹੀਂ ਹੈ। ਚਿੰਤਤ ਹੀ ਦੀਸੈ ਸਭ ਕੋਏ। ਮਹਾਰਾਜ ਦਾ ਬਚਨ ਇਹ ਹੈ, ਸਾਰੀ ਦੁਨੀਆ ਚਿੰਤਾ ਵਿੱਚ ਹੈ, ਚਿੰਤਾ ਤੋਂ ਕੋਈ ਬਚਦਾ ਨਹੀਂ ਹੈ। ਕਰ ਕਿਰਪਾ ਉਦਰ ਹਰ ਨਾਗਰ। ਐ ਸ੍ਰੇਸ਼ਟ ਪਰਮਾਤਮਾ ਹਰ ਨਾਮ ਹਰੀ ਦਾ, ਨਾਗੁਰ ਨਾਮ ਹੈ ਚਤੁਰ ਦਾ। ਐ ਚਤੁਰ ਹਰੀ ਮੇਰੇ ਤੇ ਕਿਰਪਾ ਕਰ, ਮੈਨੂੰ ਸੰਸਾਰ ਤੋਂ ਉਧਾਰ ਲੈ, ਮੈਨੂੰ ਸੰਸਾਰ ਤੋਂ ਕੱਢ ਲੈ, ਕਿਉਂਕਿ ਸੰਸਾਰ ਹੈ ਹੀ ਚਿੰਤਾ ਦਾ ਘਰ, ਚਿੰਤਾ ਦਾ ਸਮੁੰਦਰ। ਮੈਨੂੰ ਇਹਦੇ ਵਿੱਚੋਂ ਕੱਢ ਲੈਣਾ ਕਰ। ਚਰਨ ਕਮਲ ਸਰਣਾਏ ਨਾਰਾਇਣ। ਨਾਰਾਇਣ ਪਰਮਾਤਮਾ ਮੈਂ ਆਪ ਜੀ ਦੇ ਸੋਹਣੇ ਜਿਹੜੇ ਚਰਨ ਨੇ ਕਮਲਾਂ ਵਰਗੇ, ਉਹਨਾਂ ਦੀ ਸੰਗਤ ਵਿੱਚ ਆਇਆ ਹਾਂ। ਦੀਨਾਨਾਥ ਭਗਤ ਪਰਾਇਣ। ਆਪ ਜੀ ਦੀਨਾਨਾਥ ਹੋ। ਦੀਨ ਕਹੀਏ ਗਰੀਬ, ਜਿਹੜੇ ਗਰੀਬ ਯਤੀਮ ਨੇ ਉਹਨਾਂ ਦੇ ਵੀ ਆਪ ਨਾਥ ਮਾਲਕ ਹੋ। ਆਪ ਜੀ ਦੀਨਾਨਾਥ ਹੋ। ਭਗਤ ਪਰਾਇਣ, ਜਿਹੜੇ ਭਗਤ ਨੇ ਉਹਨਾਂ ਨੂੰ ਆਪ ਜੀ ਦਾ ਹੀ ਆਸਰਾ ਹੈ। ਭਗਤ ਤੁਹਾਡੇ ਆਸਰੇ ਰਹਿੰਦੇ ਹਨ, ਆਪ ਜੀ ਐਸੇ ਹੋ। ਰਹਾਉ ਅਨਾਥਾ ਨਾਥ ਭਗਤ ਭੈ ਮੇਟਣ। ਜਿਹੜੇ ਅਨਾਥ ਯਤੀਮ ਨੇ, ਜਿਨ੍ਹਾਂ ਦਾ ਨਾ ਮਾਂ ਹੈ, ਨਾ ਬਾਪ ਹੈ, ਨਾ ਭੈਣ, ਨਾ ਭਰਾ, ਵਿਚਾਰੇ ਘਰੋਂ ਬਾਹਰੋਂ ਧੱਕੇ ਹੋਏ, ਉਹ ਜਿਹੜੇ ਅਨਾਥ ਨੇ ਉਹਨਾਂ ਦੇ ਆਪ ਜੀ ਨਾਥ ਕਹੀਏ ਮਾਲਕ ਹੋ। ਅਤੇ ਭਗਤਾਂ ਦੇ ਭੈ ਮੇਟਣ ਵਾਲੇ, ਡਰ ਖਤਮ ਕਰਨ ਵਾਲੇ ਹੋ। ਸਾਧ ਸੰਗ ਜਮਦੂਤ ਨਾ ਭੇਟਣ। ਜਿਨ੍ਹਾਂ ਨੂੰ ਆਪ ਜੀ ਸਤ ਸੰਗਤ ਬਖਸ਼ਿਸ਼ ਕਰਦੇ ਹੋ, ਉਹਨਾਂ ਨੂੰ ਫਿਰ ਜਮਦੂਤ ਜਿਹੜੇ ਉਹ ਮਿਲ ਨਹੀਂ ਸਕਦੇ। ਸੰਗਤ ਕਰਨ ਵਾਲਿਆਂ ਨੂੰ ਜਮਦੂਤਾਂ ਦੇ ਵੱਸ ਨਹੀਂ ਪੈਣਾ ਪੈਂਦਾ ਹੈ, ਜਮਦੂਤ ਉਹਨਾਂ ਨੂੰ ਲਿਜਾ ਨਹੀਂ ਸਕਦੇ ਹਨ। ਐਸੀ ਆਪ ਜੀ ਦਾਤ ਦਿੰਦੇ ਹੋ। ਜੀਵਨ ਰੂਪ ਅਨੂਪ ਦਇਆਲਾ। ਐ ਉਪਮਾ ਤੋਂ ਰਹਿਤ ਦਿਆਲੂ ਪਰਮਾਤਮਾ ਆਪ ਜੀ ਜੀਵਾਂ ਨੂੰ ਜੀਵਨ ਦਾਨ ਦੇਣ ਵਾਲੇ ਹੋ, ਸੁੰਦਰ ਸਰੂਪ ਦੇ ਮਾਲਕ ਹੋ। ਰਮਣ ਗੁਣਾ ਕਟਿਐ ਜਮ ਜਾਲਾ। ਜਿਹੜੇ ਆਪ ਜੀ ਦੇ ਗੁਣ ਉਚਾਰਨ ਕਰਦੇ ਨੇ, ਰਵਣ ਗੁਣਾ, ਰਵਣ ਤੋਂ ਭਾਵ ਹੁੰਦਾ ਉਚਾਰਨ ਕਰਨਾ। ਜਿਹੜੇ ਆਪ ਜੀ ਦੇ ਗੁਣ ਗਾਉਂਦੇ ਨੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਜੇ ਕੋਈ ਸਾਨੂੰ ਪੁੱਛ ਲਵੇ ਵੀ ਅਸੀਂ ਇਹ ਅਰਦਾਸ ਕਿਉਂ ਕਰਦੇ ਆਂ ਵੀ ਪਰਮਾਤਮਾ ਤੇਰੇ ਗੁਣ ਗਾਉਣ ਦਾ ਚਾਅ ਚੜਿਆ ਰਵੇ, ਇਹ ਮੰਗਦੇ ਆ ਨਾ, ਅਸੀਂ ਬੇਨਤੀ ਕਰਦੇ ਆ ਨਾ, ਸਤਿਗੁਰੂ ਪਾਤਸ਼ਾਹ ਜੀ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਮੈਨੂੰ ਇਹ ਚਾਅ ਬਣੇ ਤੇਰੇ ਗੁਣ ਗਾਉਣ ਦਾ। ਕਿਉਂ ਗੁਣ ਗਾਉਂਦੇ ਹਾਂ? ਮਹਾਰਾਜ ਕਹਿਣ ਲੱਗੇ ਰਵਣ ਗੁਣਾ, ਜਦੋਂ ਪਰਮਾਤਮਾ ਦੇ ਗੁਣਾਂ ਨੂੰ ਗਾਏਗਾ, ਉਚਾਰਨ ਕਰੇਗਾ, ਕਟਿਐ ਜਮ ਜਾਲਾ, ਜਮਾਂ ਦੀ ਜਾਲੀ ਕੱਟੀ ਜਾਏਗੀ, ਜਮਾਂ ਦੀ ਫਾਈ ਕੱਟੀ ਜਾਏਗੀ। ਜਮਦੂਤ ਤੈਨੂੰ ਆਪਣੇ ਜਾਲ ਵਿੱਚ ਗ੍ਰਿਫਤ ਨਹੀਂ ਕਰ ਪਾਏਗਾ, ਫੜ ਨਹੀਂ ਸਕੇਗਾ। ਉਹ ਜਾਲ ਗੁਰੂ ਤੋੜ ਦਿੰਦਾ ਹੈ, ਪਰ ਟੁੱਟੇਗਾ ਉਸ ਦਾ ਜਿਹੜਾ ਉਸ ਦੇ ਗੁਣਾਂ ਨੂੰ ਉਚਾਰਦਾ ਹੈ। ਅੰਮ੍ਰਿਤ ਨਾਮ ਰਸਨ ਨਿਤ ਜਾਪੈ। ਇਸ ਕਰਕੇ ਆਪਣੀ ਰਸਨਾ ਦੇ ਨਾਲ ਅੰਮ੍ਰਿਤ ਨਾਮ ਨੂੰ ਨਿਤਾ ਪ੍ਰਤੀ ਜਪਿਆ ਕਰ। ਰੋਗ ਰੂਪ ਮਾਇਆ ਨਾ ਵਿਆਪੇ। ਇਹ ਜਿਹੜੀ ਮਾਇਆ ਹੈ ਨਾ, ਰੋਗ ਰੂਪ ਫਿਰ ਵਿਆਪਦੀ ਨਹੀਂ ਹੈ। ਵੈਸੇ ਤੇ ਇਹ ਮਾਇਆ ਸਾਰੀ ਦੁਨੀਆ ਨੂੰ ਲੱਗੀ ਹੈ, ਮਾਇਆ ਤੋਂ ਬਚਿਆ ਕੋਈ ਨਹੀਂ ਹੈ। ਕੋਈ ਇਹ ਨਾ ਕਵੇ ਵੀ ਮੈਂ ਬੜਾ ਅੰਦਰ ਲੇਪ ਹਾਂ, ਕਿਸੇ ਨੂੰ ਥੋੜ੍ਹੀ, ਕਿਸੇ ਨੂੰ ਬਹੁਤੀ ਲੱਗੀ, ਸਾਰਿਆਂ ਨੂੰ ਹੀ ਹੈ। ਇਸ ਮਾਇਆ ਨੇ ਤੇ ਦੇਵਤੇ ਨਹੀਂ ਛੱਡੇ, ਵੱਡੇ ਵੱਡੇ ਉਹ ਭੁਲਾ ਦਿੱਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਇਆ ਰੋਗ ਰੂਪ ਹੈ, ਬਿਮਾਰੀ ਰੂਪ ਹੈ, ਦੁੱਖ ਰੂਪ ਹੈ। ਇਹ ਰੋਗ ਰੂਪ ਮਾਇਆ ਸੰਸਾਰੀ ਲੋਕਾਂ ਨੂੰ ਲੱਗੀ ਹੈ, ਪਰ ਜਿਹੜੇ ਨਿਰੰਕਾਰੀ ਲੋਕ ਨੇ, ਰੱਬ ਦਾ ਨਾਮ ਲੈਣ ਵਾਲੇ, ਬੰਦਗੀ ਕਰਨ ਵਾਲੇ, ਉਹਨਾਂ ਨੂੰ ਇਹ ਦੁੱਖ ਰੂਪ ਮਾਇਆ ਲੱਗਦੀ ਨਹੀਂ, ਵਿਆਪਦੀ ਨਹੀਂ ਹੈ। ਜਪ ਗੋਬਿੰਦ ਸੰਗੀ ਸਭ ਤਾਰੇ। ਜਿਨ੍ਹਾਂ ਨੇ ਗੋਬਿੰਦ ਦੇ ਨਾਮ ਨੂੰ ਜਪਿਆ ਹੈ ਉਹ ਆਪ ਵੀ ਤਰ ਗਏ। ਗੋਬਿੰਦ ਦਾ ਨਾਮ ਜਪਣ ਵਾਲੇ ਜਿਨ੍ਹਾਂ ਨੇ ਸੰਗਤ ਕੀਤੀ ਹੈ ਉਹ ਵੀ ਤਰ ਗਏ। ਮਹਾਰਾਜ ਕਹਿਣ ਲੱਗੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮਸਕਤ। ਨਾਮ ਜਪਣ ਵਾਲਾ ਆਪ ਤੇ ਤਰੇਗਾ,
ਨਾਮ ਜਪਣ ਵਾਲੇ ਦੀ ਸੰਗਤ ਕਰਨ ਵਾਲਾ ਵੀ ਤਰ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਪ ਗੋਬਿੰਦ, ਜਿਨੇ ਗੋਬਿੰਦ ਦੇ ਨਾਮ ਨੂੰ ਜਪਿਆ, ਸੰਗੀ ਸਭ ਤਾਰੇ, ਉਹਦੀ ਸੰਗਤ ਕਰਨ ਵਾਲੇ ਸਾਰੇ ਤਰ ਜਾਂਦੇ ਹਨ। ਬਹੁਤ ਨਾਹੀ ਪੰਚ ਬਟਵਾਰੇ, ਇਹ ਜਿਹੜੇ ਪੰਜ ਠੱਗ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਗੁਰਮੁਖਾਂ ਨੂੰ ਫਿਰ ਪੋਹ ਨਹੀਂ ਸਕਦੇ ਹਨ। ਮਨ ਬਚ ਕਰਮ ਪ੍ਰਭ ਏਕ ਧਿਆਏ, ਜਿਸ ਨੇ ਮਨ ਕਰਕੇ, ਬਾਚ ਕਹੀਏ ਬਚਨਾ ਕਰਕੇ, ਬਾਣੀ ਕਰਕੇ, ਤੇ ਕਰਮ ਕਹੀਏ ਸਰੀਰ ਕਰਕੇ, ਜਿਹਨੇ ਇੱਕ ਪਰਮਾਤਮਾ ਨੂੰ ਧਿਆਇਆ ਹੈ। ਮਨ ਵਿੱਚ ਵੀ ਉਹਨੂੰ ਜਪਦਾ ਪਿਆ, ਜ਼ੁਬਾਨ ਤੇ ਵੀ ਉਹਨੂੰ ਜਪਦਾ ਪਿਆ, ਸਰੀਰ ਕਰਕੇ ਵੀ ਉਹਦੇ ਕੋਲ ਆ ਕੇ ਬੈਠਾ ਹੈ। ਗੁਰਮੁਖੋ ਕਈ ਵਾਰੀ ਕੀ ਹੁੰਦਾ, ਸਾਡੀ ਜ਼ੁਬਾਨ ਤੇ ਕੁਝ ਹੋਰ ਹੁੰਦਾ, ਮਨ ਵਿੱਚ ਕੁਝ ਹੋਰ ਹੁੰਦਾ। ਮਨ ਵਿੱਚ ਅਸੀਂ ਸੋਚਦੇ ਹਾਂ ਵੀ ਫਲਾਣੇ ਕੋਲ ਜਾਣਾ ਸੀ ਜਾਂ ਫਲਾਣੇ ਦਾ ਮੰਤਰ ਪੜ੍ਹਨਾ ਸੀ, ਪਰ ਜ਼ੁਬਾਨ ਤੇ ਮੰਤਰ ਕੋਈ ਹੋਰ ਚੱਲਦਾ ਪਿਆ, ਕਿਸੇ ਹੋਰ ਦਾ ਹੈ। ਪ੍ਰਾਪਤੀ ਨਹੀਂ ਹੈ, ਡਿੱਗੋ ਡੋਲੇ ਖਾਂਦੇ ਪੈ, ਕਦੇ ਇੱਧਰ ਕਦੇ ਉੱਧਰ। ਜਦੋਂ ਜ਼ੁਬਾਨ ਤੇ ਵੀ ਮੰਤਰ ਉਹੀ ਹੋਵੇਗਾ, ਮਨ ਵਿੱਚ ਵੀ ਉਹੀ ਹੋਵੇਗਾ, ਤੇ ਸਰੀਰ ਉਹਦੇ ਕੋਲ ਹੀ ਜਾ ਕੇ ਬੈਠੇਗਾ, ਪ੍ਰਾਪਤੀ ਉਦੋਂ ਹੈ। ਸਰੀਰ ਸਾਡਾ ਕਿਤੇ ਹੁੰਦਾ, ਜ਼ੁਬਾਨ ਸਾਡੀ ਕੁਝ ਕਹਿੰਦੀ ਪਈ ਹੈ, ਮਨ ਸਾਡਾ ਕਿਸੇ ਹੋਰ ਦਾ ਫੁਰਨਾ ਕਰਦਾ ਪਿਆ, ਇਸ ਤਰ੍ਹਾਂ ਪ੍ਰਾਪਤੀ ਨਹੀਂ ਹੈ। ਸਰਬ ਫਲਾ ਸੋਈ ਜਨ ਪਾਏ, ਪਰ ਜਿਹੜਾ ਇੱਕ ਨੂੰ ਧਿਆਉਂਦਾ ਹੈ ਉਹਨੂੰ ਸਾਰੇ ਫਲ ਪ੍ਰਾਪਤ ਹੁੰਦੇ ਹਨ। ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ, ਜਿਹਦੇ ਉੱਪਰ ਸਤਿਗੁਰੂ ਅਨੁਗ੍ਰਹ ਕਹੀਏ ਕਿਰਪਾ ਕਰਦੇ, ਜਿਹਨੂੰ ਕਿਰਪਾ ਕਰਕੇ ਆਪਣਾ ਬਣਾ ਲੈਂਦੇ ਹਨ। ਕਿਉਂਕਿ ਜਿਹਨੂੰ ਆਪਣਾ ਬਣਾਇਆ ਨਾ, ਉਹਨੂੰ ਕਿਰਪਾ ਕਰਕੇ ਹੀ ਆਪਣਾ ਬਣਾਇਆ ਹੈ। ਬਿਨਾਂ ਕਿਰਪਾ ਤੋਂ ਕੋਈ ਉਹਦਾ ਬਣ ਵੀ ਨਹੀਂ ਸਕਦਾ ਹੈ। ਜੇ ਸਾਨੂੰ ਮਹਾਰਾਜ ਨੇ ਸਿੱਖ ਬਣਾਇਆ ਨਾ, ਤੇ ਉਹਦੀ ਕਿਰਪਾ ਹੈ ਤਾਂ ਅਸੀਂ ਬਣੇ ਹਾਂ। ਸੰਗਤ ਵਿੱਚ ਬੈਠੇ ਹਾਂ ਤੇ ਉਹਦੀ ਕਿਰਪਾ ਹੈ, ਜਿਹਦੇ ਤੇ ਉਹ ਅਨੁਗ੍ਰਹ ਕਿਰਪਾ ਕਰਦਾ, ਉਹਨੂੰ ਆਪਣਾ ਬਣਾ ਲੈਂਦਾ ਹੈ। ਕੇਵਲ ਨਾਮ ਭਗਤ ਰਸ ਦੀਨਾ, ਕੇਵਲ ਫਿਰ ਨਾਮ ਦੇ ਕੇ ਤੇ ਭਗਤੀ ਦਾ ਰਸ ਬਖਸ਼ਿਸ਼ ਕਰਦਾ ਹੈ। ਨਾਮ ਦਾ ਰਸ ਉਹਨਾਂ ਗੁਰਮੁਖਾਂ ਨੂੰ ਭਗਤੀ ਵਿੱਚੋਂ ਪ੍ਰਾਪਤ ਹੁੰਦਾ ਹੈ। ਆਦ ਮਦ ਅੰਤ ਪ੍ਰਭ ਸੋਈ, ਫਿਰ ਗੁਰਮੁਖੋ ਇਹ ਅਵਸਥਾ ਬਣ ਜਾਂਦੀ ਹੈ, ਜਦੋਂ ਭਗਤੀ ਦਾ ਰਸ ਆਉਣ ਲੱਗ ਪੈਂਦਾ ਨਾ, ਸਵਾਦ ਆਉਣ ਲੱਗ ਪੈਂਦਾ, ਆਨੰਦ ਆਉਣ ਲੱਗ ਪੈਂਦਾ ਨਾਮ ਦਾ। ਫਿਰ ਅਵਸਥਾ ਇਹ ਬਣ ਜਾਂਦੀ ਹੈ, ਜਦੋਂ ਦੁਨੀਆ ਨਹੀਂ ਸੀ ਬਣੀ ਉਦੋਂ ਵੀ ਪਰਮਾਤਮਾ ਉਹੀ ਸੀ। ਅੱਜ ਅਸੀਂ ਦੁਨੀਆ ਵਿੱਚ ਆਏ ਹਾਂ, ਅੱਜ ਵੀ ਉਹੀ ਹੈ। ਜਦੋਂ ਅੱਗੇ ਦੁਨੀਆ ਵਿੱਚ ਅਸੀਂ ਨਹੀਂ ਰਵਾਂਗੇ ਉਦੋਂ ਵੀ ਉਹੀ ਹੋਵੇਗਾ। ਫਿਰ ਸਾਰਿਆਂ ਸਮਿਆਂ ਵਿੱਚ ਉਹ ਇੱਕ ਹੀ ਹੈ। ਨਾਨਕ ਤਿਸ ਬਿਨ ਅਵਰ ਨਾ ਕੋਈ, ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ, ਉਹਦੇ ਬਿਨਾ ਕੋਈ ਦੂਜਾ ਹੋਰ ਹੈ ਹੀ ਨਹੀਂ। ਪਰ ਇਹ ਸਮਝ ਉਦੋਂ ਆਵੇਗੀ ਜਦੋਂ ਨਾਮ ਦਾ ਰਸ ਆਵੇਗਾ। ਜਦੋਂ ਅਸੀਂ ਕਿਸੇ ਅਵਸਥਾ ਨੂੰ ਪ੍ਰਾਪਤ ਹੋਵਾਂਗੇ ਉਦੋਂ ਜਾ ਕੇ ਸਮਝ ਪੈਣੀ ਹੈ ਵੀ ਤਿੰਨਾਂ ਸਮਿਆਂ ਵਿੱਚ ਉਹ ਪਰਮਾਤਮਾ ਆਪ ਹੀ ਹੈ। ਭੂਤ ਕਾਲ, ਵਰਤਮਾਨ ਤੇ ਭਵਿੱਖ ਕਾਲ। ਲੰਘ ਗਿਆ ਸਮਾਂ, ਆਉਣ ਵਾਲਾ ਸਮਾਂ ਤੇ ਜਿਹੜਾ ਹੁਣ ਚੱਲਦਾ ਪਿਆ ਹੈ, ਇਹਨਾਂ ਤਿੰਨਾਂ ਸਮਿਆਂ ਵਿੱਚ ਉਹ ਆਪ ਹੀ ਵਰਤ ਰਿਹਾ ਹੈ। ਪਰ ਇਹ ਸਮਝ ਉਦੋਂ ਆਵੇਗੀ ਜਦੋਂ ਉਹਦੇ ਨਾਮ ਨੂੰ ਜਪਿਆ ਜਾਏਗਾ। ਨਾਨਕ ਤਿਸ ਬਿਨ ਅਵਰ ਨਾ ਕੋਈ, ਉਹਦੇ ਬਿਨਾ ਕੋਈ ਦੂਜਾ ਹੋਰ ਹੈ ਹੀ ਨਹੀਂ ਹੈ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਵੈ ਸਾਹਿਬ ਸਿਓ ਮੇਲੋ। ਆਦ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।